ਕੀਰਤਨ ਕਿਹਨੂੰ ਕਹਿੰਦੇ ਆ? ਉੱਥੇ ਅਸੀਂ ਕਹਾਂਗੇ ਕਿ ਕੀਰਤਨ ਉਹ ਹੁੰਦਾ ਜਿਹੜਾ ਅਸੀਂ ਜੀ ਕਿੰਨੇ ਜੀ ਉਹ 10,000 ਰੁਪਇਆ ਤਨਖਾਹ ਜੀ, 25,000 ਹੈ ਜੀ, ਅੱਛੇ ਅੰਮ੍ਰਿਤਸਰ ਜਾਓਗੇ ਤਾਂ ਜੀ ਕੀਰਤਨ ਕਰੋ ਜੀ 21,000 ਰੇਟ ਹੈ ਜੀ, ਤਿੰਨ ਜਣੇ ਤਾਂ ਆਪਸ ਲੜਨਗੇ ਜੀ 7-7,000 ਰੁਪਇਆ ਤਿੰਨਾਂ ਨੂੰ ਆਊਗਾ। ਇੱਦਾਂ ਕੀਰਤਨੀਏ ਹੁੰਦੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਪਰੰਪਰਾ ਦੇ ਵਿੱਚ ਪਿਛਲੇ 5-6 ਦਹਾਕਿਆਂ ਦੇ ਵਿੱਚ ਕਿੰਨੀ ਕੁ ਤਬਦੀਲੀ ਆਈ? ਇਹ ਜਿਹੜੇ ਪਿਛਲੇ 5-6 ਦਹਾਕੇ ਨੇ ਇਹਦੇ 'ਚ ਤਬਦੀਲ ਹੋਇਆ ਹੀ ਸੰਗੀਤ ਸੀ। ਜੋ ਗੁਰੂ ਦੀ ਦਾਤ ਹੈ ਸੰਗੀਤ, ਉਹ ਨਾ ਦਰਬਾਰ ਸਾਹਿਬ ਅੱਜ ਵੱਜ ਰਿਹਾ ਹੈ ਤੇ ਜਿਹੜੇ ਸਾਜ਼ ਕਈ ਸਾਲਾਂ ਤੋਂ ਵੱਜ ਰਹੇ ਨੇ ਉਹ ਫਰੇਬੀ ਸਾਜ਼ ਨੇ। ਹਾਰਮੋਨੀਅਮ ਨੂੰ ਮੈਂ ਕਬਰਸਤਾਨ ਗਿਣਦਾ। ਹਾਰਮੋਨੀਅਮ ਨਹੀਂ ਹੈ ਜਿਹਨੂੰ ਹਾਰਮੋਨੀਅਮ ਕਹਿਣਾ ਹੁੰਦਾ ਮੈਂ, ਜਿਹੜਾ ਉਹ ਨਿਯਮ ਉਹ ਡਿਸਪਲਿਨ ਜਿਹੜਾ ਹਾਰਮ ਕਰੇ। ਦਸਮ ਪਾਤਸ਼ਾਹ ਦਾ ਵਨ ਆਫ ਦਾ ਫੇਵਰਿਟ ਰਾਗ ਉਹ ਵਾਜੇ ਤੇ ਹੈ ਹੀ ਨਹੀਂ ਸਭ। ਪਰ ਤੁਸੀਂ ਕਹੋਗੇ ਜੀ ਅੱਛਾ ਜੀ ਚੱਲਣ ਇੱਦਾਂ ਦਾ ਹੈ, ਚਲੋ ਉਹਦਾ ਗਾ ਇਹ ਤਾਂ ਵਾਜੇ ਦਾ ਆ ਹੈ, ਇੰਨੀ ਤਾਂ ਅਸੀਂ ਸੁਣ ਲਾਂਗੇ, ਚਲੋ ਸੁਣ ਲੈਂਦੇ। ਇੱਕ ਵੀ ਰਾਗ ਵਾਜੇ ਤੇ ਨਹੀਂ ਬਣ ਸਕਦਾ। ਦਾਤੀ ਦਾਤੀ ਨਾਤੀ ਨਾਤੀ ਰੋਟੀ ਖਾ ਕੇ ਨੱਕ ਵੇਲੋ ਲਾ ਲਾ ਕੇ ਇੱਦਾਂ ਨਹੀਂ ਹੁੰਦਾ। ਇਹ ਕਿਹੜੀਆਂ ਵਿਦਿਆ ਪ੍ਰਣਾਲੀਆਂ ਨੇ ਜਿਹੜੀ ਗੁਰੂ ਘਰ 'ਚ ਦਰਬਾਰ ਸਾਹਿਬ ਵੱਜਦੀਆਂ। ਭਾਈ ਗਾਮ ਰਬਾਬੀ ਨੂੰ ਮੈਂ 2000 'ਚ ਲਾਹੌਰ ਜਾ ਕੇ ਇੰਟਰਵਿਊ ਕੀਤਾ। ਕਹਿੰਦੇ ਸਹੁੰ ਰੱਬ ਦੀ, ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ, ਕਹਿੰਦੇ ਮੇਰੀ ਜੋੜੀ ਤੋਂ ਉੱਟਿਆ ਆਟਾ ਹਲੇ ਵੀ ਛੱਤ ਤੇ ਦਰਬਾਰ ਸਾਹਿਬ ਤੇ ਲੱਗਾ ਹੋਇਆ। ਰਾਗੀ ਨੇ ਤਕਰੀਬਨ ਕਈ ਮਿਸ਼ਨਰੀ ਸਕੂਲ ਵਗੈਰਾ 'ਚੋਂ ਪੜ੍ਹੇ ਹੋਏ ਨੇ। ਇਹਨਾਂ 'ਚ ਕੋਈ ਸੰਪਰਦਾਇ ਵਿਦਵਾਨ ਨਹੀਂ ਹੈ। ਕੀਰਤਨ ਦੀ ਗੱਲ ਕਰੀਏ, ਸਾਡਾ ਰਿਸ਼ਤਾ ਰਬਾਬ, ਸਰੰਦੇ, ਤਾਊਸ, ਜੋੜੀ ਤੇ ਮਰਦੰਗ ਨਾਲ ਹੈ। ਇਸ ਕਰਕੇ ਕਿ ਗੁਰੂ ਸਾਹਿਬਾਂ ਨੇ ਇਹ ਸਾਜ਼ ਆਪ ਵਜਾਵੇ ਵੀ ਤੇ ਇਹ ਸਾਜ਼ ਮਹਾਰਾਜ ਦੀ ਹਜ਼ੂਰੀ ਵਿੱਚ ਵੱਜੇ। ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਤੰਤੀ ਸਾਜ਼ਾਂ ਦੀ ਵਰਤੋਂ ਅਸਲ 'ਚ ਗੁਰਬਾਣੀ ਨੂੰ ਰੂਹਾਨੀ ਸੰਗੀਤ 'ਚ ਬਦਲਣ ਦੀ ਸਮਰੱਥਾ ਰੱਖਦੀ ਹੈ। ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ ਸਿੰਘ ਜੀ ਨਾਭਾ ਕੀਰਤਨ ਦੀ ਵਿਖਿਆਨਤਾ ਕਰਦੇ ਹੋਏ ਇਹ ਦੱਸਦੇ ਨੇ ਕਿ ਰਾਗ ਸਹਿਤ ਕਰਤਾਰ ਦੇ ਗੁਣ ਗਾਉਣਾ ਕੀਰਤਨ ਹੈ। ਪਿਛਲੇ ਦਿਨੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ 5 ਸਿੰਘ ਸਹਿਬਾਨਾਂ ਵੱਲੋਂ ਗੁਰਮਤਾ ਕੀਤਾ ਗਿਆ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਪਰੰਪਰਾ, ਜੋ ਪੁਰਾਤਨ ਕੀਰਤਨ ਪਰੰਪਰਾ ਹੈ, ਉਸ ਦੀ ਬਹਾਲੀ, ਉਸ ਨੂੰ ਮੁੜ ਸੁਰਜੀਤ ਕਰਦਿਆਂ ਮੁੜ ਤੋਂ ਜਿਹੜਾ ਮੁਕੰਮਲ ਕੀਰਤਨ ਹੈ ਉਹ ਤੰਤੀ ਸਾਜ਼ਾਂ ਦੇ ਨਾਲ ਹੋਵੇਗਾ ਤੇ ਹਾਰਮੋਨੀਅਮ ਨੂੰ ਬਾਹਰ ਕੀਤਾ ਜਾਵੇਗਾ। ਇਸ ਫੈਸਲੇ ਦਾ ਪੰਥਕ ਜਥੇਬੰਦੀਆਂ ਵੱਲੋਂ ਜੈਕਾਰੇ ਲਗਾ ਕੇ ਇਸ ਦਾ ਸਵਾਗਤ ਕੀਤਾ ਗਿਆ, ਪਰ ਉਸ ਤੋਂ ਬਾਅਦ ਪੰਥਕ ਗਲਿਆਰਿਆਂ ਦੇ ਵਿੱਚ ਇਸ ਦੀ ਚਰਚਾ ਵੀ ਛਿੜੀ। ਦੁਨੀਆ 'ਚ ਵਸਦਾ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਅੱਜ ਇਸ ਮੁੱਦੇ ਤੇ ਇਹ ਜਾਣਨਾ ਚਾਹੁੰਦਾ ਹੈ ਕਿ ਅਸਲ ਦੇ ਵਿੱਚ ਜਿਹੜੇ ਤੰਤੀ ਸਾਜ਼ ਨੇ ਉਹ ਹੈ ਕੀ, ਕਿਉਂ ਦਰਬਾਰ ਸਾਹਿਬ ਤੋਂ ਜੋ ਤੰਤੀ ਸਾਜ਼ ਹੈ ਉਹਨਾਂ ਨੂੰ ਬਾਹਰ ਕੀਤਾ ਗਿਆ, ਜਾਂ ਅੱਜ ਕਿਉਂ ਹਾਰਮੋਨੀਅਮ ਨੂੰ ਬਾਹਰ ਕੀਤਾ ਜਾ ਰਿਹਾ ਹੈ। ਤਮਾਮ ਅਜਿਹੇ ਅਨੇਕਾਂ ਹੀ ਸਵਾਲ ਨੇ ਜੋ ਲੋਕਾਂ ਦੇ ਸੰਗਤ ਦੇ ਜ਼ਿਹਨ ਦੇ ਵਿੱਚ ਹਨ। ਸੋ ਇਸ ਸੈਂਸਿਟਿਵ ਜੋ ਮੁੱਦਾ ਹੈ, ਇਹ ਸਾਡੀ ਵੀ ਕੋਸ਼ਿਸ਼ ਸੀ ਕਿ ਇਸ 'ਤੇ ਅਜਿਹੀ ਸ਼ਖਸੀਅਤ ਜਿਹੜੀ ਉਹ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਕੀਤੀ ਜਾਵੇ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਜਿਹੜਾ ਉਹ ਜਿੱਥੇ ਗੁਰਮਤਿ ਸੰਗੀਤ ਦੇ ਲੇਖੇ ਲਾਇਆ, ਉੱਥੇ ਤੰਤੀ ਸਾਜ਼ਾਂ ਦੇ ਲੇਖੇ ਵੀ ਲਾਇਆ ਹੈ। ਤੇ ਖਾਸ ਕਰਕੇ ਉਹ ਘਰਾਣਾ ਜਿਨ੍ਹਾਂ ਨੂੰ ਪੰਥ ਨੇ ਬਹੁਤ ਸਤਿਕਾਰ ਤੇ ਜਿਹੜਾ ਮਾਣ ਦਿੱਤਾ ਹੈ, ਮੇਰੀ ਮੁਰਾਦ ਬਹੁਤ ਹੀ ਸਤਿਕਾਰਯੋਗ ਭਾਈ ਬਲਦੀਪ ਸਿੰਘ ਜੀ। ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਤੁਸੀਂ ਆਏ। ਗੁਰੂ ਨਾਨਕ ਸਾਹਿਬ ਨੇ ਕੀਰਤਨ ਪਰੰਪਰਾ ਦੀ ਸ਼ੁਰੂਆਤ ਕੀਤੀ। ਭਾਈ ਮਰਦਾਨਾ ਜੀ ਉਹਨਾਂ ਨਾਲ ਰਬਾਬ ਵਜਾਉਂਦੇ ਰਹੇ। ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸਮੇਂ ਭਾਈ ਸਾਧੂ ਜੀ, ਬਾਦੂ ਜੀ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਸਮੇਂ ਸੱਤਾ ਜੀ, ਬਲਵੰਤ ਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਕੀਰਤਨ ਦੀ ਪਰੰਪਰਾ ਜਿਹੜੀ ਹੈ ਉਹ ਬਹੁਤ ਬਖੂਬੀ ਜਿਹੜਾ ਚੱਲਦੀ ਰਹੀ। ਬਹੁਤ ਮਾਨਤਾ ਹੈ, ਇਤਿਹਾਸਕ ਵਾਲੇ ਤੁਸੀਂ ਖੁਦ ਜਿਹੜਾ ਦੱਸਦੇ ਹੋ। ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੰਤੀ ਸਾਜ਼ਾਂ ਨਾਲ ਜਿਹੜਾ ਕੀਰਤਨ ਹੁੰਦਾ ਸੀ, ਐਂਟਰੀ ਜਿਹੜੀ ਹੈ ਹਾਰਮੋਨੀਅਮ ਦੀ, ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਦੋਂ ਆਈ, ਕਿਹਨਾਂ ਹਾਲਾਤਾਂ ਦੇ ਵਿੱਚ ਆਈ, ਤੇ ਜਦੋਂ ਇਹ ਹਾਰਮੋਨੀਅਮ ਆਉਂਦਾ ਇਹ ਲੱਗਦਾ ਸੀ ਕਿ ਅੱਜ ਤੋਂ 200 ਸਾਲ ਦਾ 300 ਸਾਲ ਬਾਅਦ ਜਦੋਂ ਇਹਨੂੰ ਬਾਹਰ ਕੱਢਣਾ ਪਵੇਗਾ ਤੇ ਐਸੇ ਜਿਹੜੇ ਹਾਲਾਤ ਨੇ ਉਹ ਬਣਨਗੇ? ਗੁਰਮਤਿ ਸੰਗੀਤ ਅੱਖਰ ਵੀ ਵਿਸ਼ਾ ਹੈ। ਗੁਰਮਤਿ ਸੰਗੀਤ ਦੀ ਤੁਹਾਡੀ ਸਾਰਿਆਂ ਦੀ ਮੁਰਾਦ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦਾ ਜਿਹੜਾ ਮਤ ਹੈ ਉਹਦੇ ਨਾਲ ਸੰਬੰਧ, ਅੰਦਾਜ਼ਾ ਮੇਰਾ ਜੇ ਗਲਤ ਨਹੀਂ ਹੈ ਤਾਂ। ਸਭ ਤੋਂ ਪਹਿਲਾਂ ਰਾਗ ਵਿੱਚ ਬਾਣੀ ਗੁਰੂ ਨਾਨਕ ਦੇਵ ਜੀ ਨੇ ਤਾਂ ਗਾਈ ਨਹੀਂ, ਭਗਤ ਜੈਦੇਵ 1170 ਈਸਵੀ ਦੇ ਜਨਮੇ ਨੇ, ਉਹਨਾਂ ਨੇ ਗਾਵੀ, ਰਾਗ ਵਿੱਚ ਗਾਵੀ। ਉਹਨਾਂ ਨੇ ਵੀ ਪਦੇ ਗਾਵੇ, ਉਹਦੇ 'ਚ ਰਹਾਉ ਦਾ ਤੁਕਾ ਜਾਂ ਉਹਨਾਂ ਦੀ ਓਰੀਜਨਲ ਜਿਹੜੇ ਟੈਕਸਟ ਨੇ ਉਹਦੇ ਧਰੁਵਾ ਕਰਕੇ ਅੱਖਰ, ਉਹ ਰਹਾਉ ਦਾ ਹੀ ਅਰਥ ਹੁੰਦਾ।
ਬਾਬਾ ਸ਼ੇਖ ਫਰੀਦ ਹੋਣਾ ਨੇ ਵੀ ਗਾਵੀ। ਉਹਨਾਂ ਦੀਆਂ 2 ਰਚਨਾਵਾਂ ਰਾਗ ਸੂਹੀ ਦੀਆਂ ਅੱਜ ਤਾਈਂ ਬਚੀਆਂ ਨੇ 800 850 ਸਾਲ ਬਾਅਦ ਵੀ। ਸੋ ਜਿਹੜਾ ਪੁਰਾਣਾ ਅੱਖਰ ਹੈ ਜਾਂ ਜਿਹੜਾ ਸੰਬੋਧਨ ਹੈ ਅਸੀਂ ਉਹਨੂੰ ਗੁਰਬਾਣੀ ਸੰਗੀਤ ਕਰਕੇ ਕਰਦੇ ਹਾਂ, ਕਿਉਂਕਿ 10 ਗੁਰੂਆਂ ਦਾ ਵੀ ਇੱਕੋ ਸੰਗੀਤਕ ਮਤ ਹੋਵੇ ਇਹ ਵੀ ਕੋਈ ਜ਼ਰੂਰੀ ਨਹੀਂ। ਮੰਨ ਸਕਦੇ ਹਾਂ ਗੁਰੂ ਰਾਮਦਾਸ ਮਹਾਰਾਜ ਤੋਂ ਲੈ ਕੇ 10ਮ ਪਾਤਸ਼ਾਹ ਤਾਈਂ ਇੱਕ ਸੰਗੀਤਕ ਮਤ ਹੋਏਗਾ, ਪਰ ਗੁਰੂ ਅਮਰਦਾਸ ਮਹਾਰਾਜ ਤਾਂ 60-70 ਵਰੇ ਦੇ ਹੋ ਚੁੱਕੇ ਸਨ। ਸਰਦਾ ਮਹਾਰਾਜ ਆਪ ਵਜਾਉਂਦੇ ਸੀ, ਉਹਨਾਂ ਦਾ ਸੰਗੀਤਕ ਮਤ ਕੀ ਸੀ ਕਦੇ ਕਿਸੇ ਨੇ ਕੋਈ ਦੱਸਿਆ ਸਾਨੂੰ? ਗੁਰੂ ਅੰਗਦ ਦੇਵ ਮਹਾਰਾਜ ਦਾ ਸੰਗੀਤਕ ਮਤ ਕੀ ਸੀ? ਉਹਨਾਂ ਨੇ ਆਪ ਬਾਣੀ ਤਾਂ ਗਾਈ ਨਹੀਂ, ਸ਼ਲੋਕ ਗਾਵੇਂ ਨੇ। ਪਹਿਲਾਂ ਇਹ ਦੇਖੋ ਕਿ ਸਾਜ਼ ਹੁੰਦੇ ਕੀ ਨੇ, ਹਾਰਮੋਨੀਅਮ ਤੇ ਬਾਅਦ ਚ ਆਉਂਦੇ ਆ। ਪਰੰਪਰਾ ਹੈ ਕੀ? ਗੁਰਬਾਣੀ ਸੰਗੀਤ ਦੀ ਪਰੰਪਰਾ ਕੀ ਹੈ? ਕਦੇ ਅੱਜ ਤਾਈਂ ਗੌਰ ਕੀਤਾ ਹੈ ਕਿ ਜਿਹੜੇ ਰਾਗ ਦਰਬਾਰ ਸਾਹਿਬ 'ਚ ਅੱਜ ਗਾਏ ਜਾ ਰਹੇ ਨੇ ਉਹ ਰਾਗ ਪਿਛਲੇ 30 35 40 ਸਾਲਾਂ 'ਚ ਬਣੇ ਨੇ? ਜੋਧੀ ਕਲਾਂ ਰਾਗ ਬਣੇ, ਰਾਗ ਨਾਲ ਕਮੇਟੀ ਬਣੀ ਹੈ, ਖਿਚੜੀ ਬਣਾਤੀ, ਕੁਝ ਰਾਗ ਇਦਾਂ ਕੀਤੇ, ਰਾਗ ਕਿਸੇ ਸੁਣਿਆ ਰਾਗ ਮਾਰੂ। ਮੈਂ ਤਾਂ ਰਿਸਰਚਾਂ ਡਾਕੂਮੈਂਟਰੀਜ਼ ਕੀਤੀਆਂ ਹੋਈਆਂ ਨੇ। ਪੰਡਿਤ ਦਲੀਪ ਚੰਦਰ ਵੇਦੀ ਨੇ ਕਿਹਾ ਜੀ ਇੱਕ ਰਬਾਬੀ ਨਾ ਸ਼ਮਸ਼ਾਨ ਘਾਟ 'ਚ ਬੈਠਾ ਇੱਕ ਮਾਰੂ ਦਾ ਰੂਪ ਗਾ ਰਿਹਾ ਸੀ, ਉਹ 12 ਦੇ 12 ਸੁਰ ਲਾਉਂਦਾ ਸੀ। ਕਹਿੰਦੇ ਚਲੋ ਜੀ ਆਹੀ ਰੱਖ ਲੈਂਦੇ ਆ। ਇਦਾਂ ਮਾਰੂ ਰਾਗ ਸਪਸ਼ਟੀਕਰਨ ਹੋਊਗਾ ਜਿਹੜਾ ਪੰਥ ਖਾਲਸਾ ਜਿਹੜਾ ਘੱਲੂਘਾਰਿਆਂ ਦੇ ਵਿੱਚੋਂ ਮੇਰੀ ਦਾਦੀ ਨਿਹੰਗ ਜਥੇਦਾਰ ਬਾਬਾ ਜਗਤ ਸਿੰਘ ਸਰਿਆਲੀ ਵਾਲਿਆਂ ਦੀ ਜੇਠੀ ਮੇਰੀ ਉਹਨਾਂ ਦੀ ਬੇਟੀ ਮੇਰੀ ਦਾਦੀ ਹੈ ਬੀਬੀ ਸੰਤ ਕੌਰ, 1900 ਦਾ ਜਨਮ ਹੈ। ਕਹਿੰਦੇ ਬਰਖੁਰਦਾਰ, ਮੈਂ ਜਦੋਂ ਫਲਾਈਂਗ ਛੱਡ ਕੇ ਆਇਆ, ਕਹਿੰਦੇ ਬਰਖੁਰਦਾਰ ਇਹ ਵਿਦਿਆ ਤਸੀਹਿਆਂ ਤੇ ਘੱਲੂਘਾਰਿਆਂ ਚੋਂ ਲੰਘ ਕੇ ਆਈ ਹੈ, ਇਸ ਦਾ ਪੈਂਡਾ ਤੈਅ ਕੀਤਾ ਹੋਇਆ ਉਹਦਾ ਮੁੱਲ ਨਾ ਭੁੱਲੀ। ਇੰਨੀ ਅਣਖ ਸੀ ਪੁਰਾਣਿਆਂ 'ਚ। ਉਹਨਾਂ ਨੂੰ ਵਿਦਿਆ ਦੇ ਸਫ਼ਰ ਦਾ ਵੀ ਮੁੱਲ ਸੀ। ਹਰ ਕਦਮ ਕਦਮ ਤੁਰ ਕੇ ਪੀੜ੍ਹੀ ਦਰ ਪੀੜ੍ਹੀ ਚੱਲੀ ਆਉਂਦੀ ਹੈ ਜਿਹੜੀ ਵਿਦਿਆ, ਗੁਰੂ ਦੀ ਦਾਤ ਜਿਹੜੀ ਹੈ। ਪਹਿਲਾਂ ਪਤਾ ਲੱਗੇ ਕਿ ਇਹਨਾਂ ਨੂੰ ਪਹਿਲਾਂ ਇਹ ਵਾਈਟ ਪੇਪਰ ਕਰਨ ਕਿ ਗੁਰੂ ਦੀ ਪਰੰਪਰਾ ਹੁੰਦੀ ਕੀ ਹੈ। ਤੁਸੀਂ ਕਿਸੇ ਘਰਾਣੇ, ਸੰਗੀਤਕ ਘਰਾਣੇ ਜਾਂ ਕਿਸੇ ਹੋਰ ਮਤਾਂ ਕੋਲ ਜਾ ਕੇ ਜਾਂ ਮੁਗਲ ਦਰਬਾਰਾਂ, ਰਾਜ ਦਰਬਾਰਾਂ ਜਾਂ ਹਵੇਲੀ ਸੰਗੀਤਾਂ ਤੋਂ ਜਾ ਕੇ ਉਹਨਾਂ ਦੇ ਰਾਗ ਸਰੂਪ ਲੈ ਕੇ ਆਓ ਤੇ ਉਹ ਦਰਬਾਰ ਸਾਹਿਬ ਤੇ ਲਾਗੂ ਕਰੋ। ਕੀ ਇਹ ਮੁਨਾਸਬ ਆ? ਕੀਰਤਨ ਕਿਹਨੂੰ ਕਹਿੰਦੇ ਆ? ਕਿਤੇ ਪਹਾੜੇ ਦੇ ਆਂਦੇ ਹੋਏ ਗਵਈਆਂ ਦਾ ਕੀਤਾ ਹੋਇਆ ਕੀਰਤਨ ਕੀਰਤਨ ਹੈ, ਜਾਂ ਗੁਰੂ ਨਾਨਕ ਦਾ ਜਿਸ ਨੂੰ ਕੋਈ ਪਹਾੜਾ ਨਹੀਂ ਦੇ ਸਕਦਾ ਸੀ, ਜਿਸ ਦੀ ਗਲੀ 'ਚ ਵੜਨਾ ਆਪਣੀ ਸੀਸ ਤੇ ਤਲੀ, ਆਪਣਾ ਸੀਸ ਤਲੀ ਤੇ ਧਰ ਕੇ ਤਾਂ ਸਿਰਫ ਵੀਜ਼ਾ ਮਿਲਦਾ ਸੀ ਗਲੀ 'ਚ ਵੜਨ ਦਾ। ਮਹਾਰਾਜ ਦੀ ਦਰਸ਼ਕ ਕਰਨ ਦਾ ਹੱਕ ਤਾਂ ਬਹੁਤ ਦੂਰ ਦੀ ਹਲੇ ਗੱਲ ਹੈ। ਪਹਿਲਾਂ ਤਾਂ ਗਲੀ ਦੀ ਐਂਟਰੀ ਹੈ, ਸਿਰ ਧਰ ਤਲੀ। ਉੱਥੇ ਅਸੀਂ ਕਹਾਂਗੇ ਕਿ ਕੀਰਤਨ ਉਹ ਹੁੰਦਾ ਜਿਹੜਾ ਅਸੀਂ ਜੀ ਕਿੰਨੇ ਜੀ ਉਹ 10,000 ਰੁਪਇਆ ਤਨਖਾਹ ਜੀ, 25,000 ਹੈ ਜੀ, ਅੱਛੇ ਅੰਮ੍ਰਿਤਸਰ ਜਾਓਗੇ ਤਾਂ ਜੀ ਕੀਰਤਨ ਕਰੋ ਜੀ 21,000 ਰੇਟ ਹੈ ਜੀ, 3 ਜਣੇ ਤਾਂ ਆਪਸ ਲੜਨਗੇ ਜੀ 7-7,000 ਰੁਪਇਆ ਤਿੰਨਾਂ ਨੂੰ ਆਊਗਾ, ਜਾਂ ਜਿਹੜਾ ਸੈਂਟਰ ਵਾਲਾ ਉਹਨੂੰ 10 ਮਿਲੂਗਾ ਤੇ ਬਾਕੀਆਂ ਨੂੰ 11 ਮਿਲੂਗਾ ਤੇ ਬਾਕੀਆਂ ਨੂੰ 5-5। ਇਦਾਂ ਕੀਰਤਨੀਏ ਹੁੰਦੇ ਨੇ। ਹਾਂ ਭਜ ਰਾਮ ਮਨ ਰਾਮ। ਮੈਂ ਕਿਹਾ ਪਿਤਾ ਜੀ ਬੜੀ ਅਦਭੁਤ ਰਚਨਾ ਹੈ। ਹਾਂ ਕਹਿੰਦੇ ਬੇਟੇ ਬਰਖੁਰਦਾਰ ਇਹ ਰਾਗ ਸ਼ੁੱਧ ਕਾਨੜਾਈ। ਮੈਂ ਕਿਹਾ ਅੱਛਾ ਜੀ। ਹਾਂ ਭਜ ਰਾਮ ਮਨ ਰਾਮ। ਕਹਿੰਦੇ ਇਹ ਕਿਹਦੀ ਰੀਤੀ? ਮੈਂ ਕਿਹਾ ਜੀ ਇਹ ਤਾਂ ਤੁਸੀਂ ਕਰਾ ਰਹੇ ਹੋ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦੀ ਰੀਤ ਹੈ। ਕਹਿੰਦੇ ਮਹਾਰਾਜ ਇੱਕ ਤੀਆ ਲਾਉਂਦੇ ਸੀ, ਯਾਨੀ ਕਿ ਤਿਹਾਈ ਲਾਉਂਦੇ ਸੀ। ਦੱਸੋ ਇਦਾਂ ਦੀਆਂ ਯਾਦਾਂ ਮਿਲੀਆਂ। ਮੈਂ ਕਿਹਾ ਜੀ ਉਹ ਕਿਵੇਂ? ਕਹਿੰਦੇ ਇਉਂ ਸੀ ਜਿਵੇਂ ਮਨ ਨੂੰ ਖੜਾ ਕੇ ਉਹਨੂੰ ਮਨਾਉਣਾ ਕਿ ਮਨਾ ਭਜ ਰਾਮ। ਮੈਂ ਕਿਹਾ ਜੀ ਉਹ ਕਿਵੇਂ? ਹਾਂ ਕਹਿੰਦੇ ਬਰਖੁਰਦਾਰ ਯਾਦ ਕਰ, ਹਾਂ ਭਜ ਰਾਮ ਮਨ ਰਾਮ ਰਾਮ। ਕਹਿੰਦੇ ਮਨ ਮੰਨ ਜਾਂਦਾ ਸੀ। ਕਹਿੰਦੇ ਇਹੋ ਜਿਹੇ ਅਦਭੁਤ ਲੋਕ ਹੋਏ ਨੇ। ਸੋ ਤਾਲੀਮ ਪਹਿਲਾਂ ਇਹ ਪਤਾ ਲੱਗੇ ਕਿ ਸਾਜ਼ ਜਿਹੜੇ ਨੇ ਉਦੋਂ ਮੇਰੇ ਮਨ 'ਚ ਆਇਆ ਕਿ ਜਦੋਂ ਮੈਨੂੰ ਚਖਿਆ ਕਿ ਇਹ ਰੀਤਾਂ ਗੁਰੂ ਸਾਹਿਬ ਦੀਆਂ ਤੇ ਦਾਦਿਆਂ ਕੋਲੋਂ ਸੁਣਨਾ ਕਿ ਬਰਖੁਰਦਾਰ ਮਹਾਰਾਜ ਗੁਰੂ ਅਰਜਨ ਦੇਵ ਜਦੋਂ ਗਾਉਂਦੇ ਥੇ ਤੇ ਜਦੋਂ ਇਹ ਕਹਿੰਦੇ ਸਾਹ ਤੋਂ ਸਾਹ ਚੱਕਦੇ ਥੇ, ਰੀਤ ਕਰਾਉਣੀ ਕੋਈ ਕਹਿੰਦੇ ਨੀਂਦ ਏਦਾਂ ਗੱਜ ਖਿੱਚਦਾ ਸੀ ਜਿਵੇਂ ਆਦ ਤੋਂ ਅੰਤ ਤੱਕ ਚੀਰ ਸਿੱਟਿਆ ਹੋਵੇ ਮਾਇਆ ਨੂੰ। ਤੇ ਅਦਭੁਤ ਆਵਾਕ ਅਵਸਥਾ 'ਚ ਗੁਰਸਿੱਖੜੇ ਆਹਾਂ ਭਰਦੇ ਸੀ, ਕੁਰਬਾਨ ਮਹਾਰਾਜ, ਕੁਰਬਾਨ ਮਹਾਰਾਜ। ਤੇ ਉਦੋਂ ਮੇਰੇ ਕੰਨਾਂ ਵਿੱਚ ਸਰੰਦਾ ਵਜਾਉਂਦੇ ਸੀ। ਕਹਿੰਦੇ ਮੈਂ ਕਿਹਾ ਜੀ ਇਹ ਕੀ ਹੁੰਦਾ ਹੈ? ਇਹ ਬਰਖੁਰਦਾਰ ਸਰੰਦਾ ਗੁਰੂ ਅਮਰਦਾਸ ਮਹਾਰਾਜ ਦਾ ਸਾਜ਼। ਪੰਚਮ ਪਿਤਾ ਬਹੁਤ ਆਲਾ ਵਜਾਉਂਦੇ ਸੀ। ਮੈਂ ਕਿਹਾ ਅੱਛਾ ਜੀ। ਗੁਰੂ ਹਰਗੋਬਿੰਦ ਮਹਾਰਾਜ ਨੇ ਜੀ ਤਾਊਸ ਹੈ ਜੀ, ਮੁਗਲ ਤਖਤ ਬਣਿਆ, ਐਲਾਨ ਹੋਇਆ ਕਿ ਮੁਗਲ ਤਖਤ ਇੰਨੇ ਉਂਗਲ ਥੱਲੇ ਰਹਿਣ, ਬਾਕੀ ਸਾਰੇ ਤਖਤ ਹਿੰਦੁਸਤਾਨ ਦੇ। ਕਹਿੰਦੇ ਗੁਰੂ ਹਰਗੋਬਿੰਦ ਮਹਾਰਾਜ ਨੇ ਕਿਹਾ ਕਿ ਇੱਕ ਹੋਰ ਤਖਤ ਬਣੇਗਾ ਜਿਹੜਾ ਅਕਾਲ ਦਾ ਤਖਤ ਹੋਏਗਾ, ਜਿੱਥੇ ਸਿਫਤ ਮੁਗਲਾਂ ਦੀ ਨਹੀਂ ਹੋਏਗੀ,
ਮੁਗਲ ਬਾਦਸ਼ਾਹ ਦੀ ਨਹੀਂ, ਉਹ ਅਕਾਲ ਦਾ ਤਖਤ ਜਿੱਥੇ ਸ੍ਰਿਸ਼ਟੀ ਦਾ ਜਿਹੜਾ ਬਾਦਸ਼ਾਹ ਹੈ ਅਕਾਲ, ਉਹਦੀ ਤਾਰੀਫ ਹੋਏਗੀ। ਫਿਰ ਐਲਾਨ ਅਗਲਾ ਆਇਆ ਕਿ ਜੀ ਉਹ ਮੁਗਲ ਤਖਤ ਤੇ ਇੱਕ ਤਖਤ ਤਾਊਸ ਹੋਏਗਾ ਜਿਸ ਤੇ ਮਹਾਰਾਜ ਬੈਠੇਗਾ। ਮਹਾਰਾਜ ਮੁਸਕਾਏ, ਕਹਿੰਦੇ ਇੱਕ ਹੁਣ ਤਾਊਸ ਬਣੇਗਾ, ਜੇ ਜਿਹੜਾ ਅਕਾਲ ਤਖਤ ਤੇ ਬਹਿ ਕੇ ਬਾਦਸ਼ਾਹ ਪਰਮੇਸ਼ਵਰਾ ਹੈ ਉਹਦੀ ਤਾਰੀਫ ਕਰੇਗਾ। ਉਹ ਤਖਤਾ ਇੱਕ ਆਮ ਇਨਸਾਨ ਨੂੰ ਮਹਾਰਾਜ ਨੇ ਤਖਤ ਦਿੱਤਾ ਤਾਊਸ, ਮੁਗਲ ਸੁਲਤਾਨ ਦੇ ਬਰਾਬਰ ਤੇ, ਔਰ ਉਹਨੇ ਉਂਗਲ ਉੱਚਾ ਬਿਠਾ ਕੇ। ਇੰਨੇ ਲਾਡਲੇ ਇਤਿਹਾਸ ਨੇ। ਤੇ ਸਾਡੇ ਅੱਜ ਦੇ ਜਿਹੜੇ ਡੰਗਰ ਨੇ ਉਹ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਊਸ ਬਣਾਤਾ। ਉਹ ਗੁਰੂ ਹਰਗੋਬਿੰਦ ਤੋਂ ਨਾ ਗੁਰੂ ਗੋਬਿੰਦ ਸ਼ਾਇਦ ਕਿਸੇ ਵੇਲੇ ਖਿਚੜੀ ਪੈ ਗਈ ਨਾ ਉਹਦੀ, ਤੇ ਹੁਣ ਮਜਬੂਰੀ ਬਣ ਗਈ, ਔਰ ਗੁਰੂ ਗੋਬਿੰਦ ਸਾਹਿਬ ਨੇ ਬਣਾਤਾ। ਫਿਰ ਕਹਾਣੀਆਂ ਰਚਦੀਆਂ ਜੀ, ਸਿੱਖ ਆਏ ਜੀ ਕਹਿੰਦੇ ਜੀ ਤਾਊਸ ਤਾਂ ਬਹੁਤ ਵੱਡਾ ਹੈ ਜੀ, ਅਸੀਂ ਤਾਂ ਤੋਪਾਂ ਨੇਜੇ ਖੰਡੇ ਤੇ ਸਾਰੇ ਚੱਕੀ ਫਿਰਦੇ ਆ, ਆਹ ਸਾਜ਼ ਤਾਂ ਬੜੀ ਮੁਸੀਬਤ ਹੈ। ਤੇ ਕਿਹੋ ਜਿਹੇ ਕਹਾਣੀਕਾਰ ਨੇ, ਘਟੀਆ ਕਿਸਮ ਦੇ, ਘਿਨੌਣੇ ਕਿਸਮ ਦੇ। ਗੁਰੂ ਸਾਹਿਬ ਕਹਿੰਦੇ ਉਹ ਅੱਛਾ ਧਿਆਨ ਨਹੀਂ ਰਿਹਾ, ਚਲੋ ਮੈਂ ਕੁਝ ਹੋਰ ਕਰਦਾ, ਤੇ ਮਹਾਰਾਜ ਨੇ ਰਾਤੋਂ ਰਾਤ ਦਿਲਰੂਬਾ ਬਣਾਤਾ। ਆ ਇਦਾਂ ਦੇ ਕਹਾਣੀਕਾਰ ਨੇ ਸਾਡੇ। ਸੋ ਕੌਮ ਪਹਿਲਾਂ ਲੱਭੇ ਕਿ ਸਾਜ਼ ਬਣਾਈ ਦੇ ਕਿਵੇਂ ਹੈ, ਉਹਨਾਂ ਦੀ ਵਜਾਉਣ ਦੀ ਵਿਧੀ ਕੀ ਹੈ, ਉਹਨਾਂ ਦੇ ਉੱਤੇ ਫਿਰ ਵਜਾਉਣ ਦੀ ਸਮੱਗਰੀ ਕੀ ਹੈ। ਪਖਾਵਜ ਹੈ, ਤੁਸੀਂ ਇਕੱਲਾ ਪਖਾਵਜ ਲਿਆਓਗੇ ਇਦਾਂ ਥੋੜ੍ਹਾ ਨਾ। ਹੁਣ ਸ਼੍ਰੀ ਰਾਗ ਦੀ ਵਾਰ ਹੈ, ਗੁਰਖਾਲਸੇ ਕੋਲ ਮੈਮੋਰੀ ਹੈ ਕਿ ਸ਼੍ਰੀ ਰਾਗ ਦੀ ਵਾਰ ਦੀ ਪੌੜੀ ਕਿਹੜੀ ਹੈ। ਹੁਣ ਕਿੱਦਾਂ ਗੱਲ ਕਰੋਗੇ ਤੁਸੀਂ? ਹੁਣ ਉਹ ਅੱਜ ਹੁਣ ਉਹ ਬਹਿ ਕੇ ਨਾ ਤਾਊਸ ਵਜਾ ਰਹੇ ਹੈ, ਕਈ ਬੱਚੇ ਵਜਾ ਰਹੇ ਨੇ, ਉਹ ਦਿਲਰੂਬਾ ਵਜੋਂ ਵਜਾਉਂਦੇ ਨੇ। ਉਹਨਾਂ ਨੂੰ ਲੋਕਾਂ ਨੂੰ ਇਹ ਨਹੀਂ ਪਤਾ ਕਿ ਦੂਜੀ ਉਂਗਲ ਦਾ ਬਾਜ ਚੱਕੀ ਫਿਰੀ ਜਾਂਦੇ ਨੇ, ਕਿ ਇੰਡੈਕਸ ਫਿੰਗਰ ਦੀ ਮੁੱਲ ਕੀ ਹੈ, ਕਿ ਵਾਦੀ ਆ ਉਂਗਲ ਹੈ। ਕਦੇ ਅਸੀਂ ਕਹਿੰਦੇ ਓਏ ਤੂੰ, ਕਦੇ ਆ ਕੇ ਉਹ ਤੂੰ ਜਾਂ ਉਹ ਤੂੰ, ਆ ਉਂਗਲ ਹੈ। ਚੱਖਦੇ ਆ ਸਭ ਆ ਉਂਗਲ, ਸਾਡੀ ਇੰਡੈਕਸ ਫਿੰਗਰ ਸਭ ਤੋਂ ਪਹਿਲੀ ਉਂਗਲ ਹੈ। ਆ ਦੂਜੀਆਂ ਉਂਗਲਾਂ ਸਹਾਈ ਨੇ, ਅੰਗੂਠਾ ਵੀ ਸਹਾਈ ਹੈ। ਕਹਾਣੀ ਇਹਦੇ 'ਚ ਹੈ। ਸੋ ਉਹ ਉਹਨਾਂ ਨੂੰ ਇਹੀ ਨਹੀਂ ਪਤਾ ਦੂਜੀ ਉਂਗਲ ਦਾ ਬਾਜ ਪਤਾ ਨਹੀਂ ਕਿੱਥੋਂ ਆਇਆ, ਉਹੀ ਵਜਾਈ ਜਾਂਦੇ ਕਿ ਸੀਟੀ ਜਾਂਦੇ ਆ। ਤੇ ਉਹ ਸ਼ਾਨ ਦੇ ਨਾਂ ਤੇ ਹੁਣ ਉਹ ਸੋਲੋ ਵਜਾ ਰਹੇ ਨੇ, ਜਿਹੜਾ ਸਟੈਂਡਰਡਾਈਜੇਸ਼ਨ ਇਨਸਟਰੂਮੈਂਟਲ ਮਿਊਜ਼ਿਕ ਦਾ ਉਹ ਆ ਵਜਾ ਰਹੇ ਨੇ। ਉਹ ਜਿਹੜਾ ਇਨਸਟਰੂਮੈਂਟਲ ਸੋਲੋ ਹੁੰਦਾ ਉਹ ਸ਼ਾਨ ਦੀ ਵੀ ਕੋਈ ਰਿਵਾਇਤ ਹੈ। ਜੋ ਗੁਰੂ ਦੀ ਦਾਤ ਹੈ ਸੰਗੀਤ, ਉਹ ਨਾ ਦਰਬਾਰ ਸਾਹਿਬ ਅੱਜ ਵੱਜ ਰਿਹਾ ਹੈ, ਤੇ ਜਿਹੜੇ ਸਾਜ਼ ਕਈ ਸਾਲਾਂ ਤੋਂ ਵੱਜ ਰਹੇ ਨੇ ਉਹ ਫਰੇਬੀ ਸਾਜ਼ ਨੇ, ਉਹ ਬਣਾਉਟੀ ਜਿਵੇਂ ਦਿਖਾਵਾ ਹੁੰਦਾ। ਤੇ ਉਹ ਕਿਤੇ ਉਹ ਬਾਜ਼ਾਰ ਤੋਂ ਲਿਆ ਕੇ ਸਾਜ਼ ਵਜਾਉਣ ਵਾਲੇ ਤੁਸੀਂ ਬਣਾ ਦਿਓ ਨਾ, ਜਿਨ੍ਹਾਂ ਨੂੰ ਬਣਾਉਣੇ ਆਉਂਦੇ ਆ ਉਹ ਬਣਾ ਰਹੇ ਨੇ, ਜਿਨ੍ਹਾਂ ਨੂੰ ਨਾ ਵਜਾਉਣੇ ਆਉਂਦੇ ਨਾ ਵਿਧੀਆਂ ਦਾ ਕੋਈ ਸੰਬੰਧ ਹੈ ਗੁਰੂ ਘਰ ਦੀਆਂ ਦਾ ਨਾਲ, ਉਹ ਵਜਾ ਰਹੇ ਨੇ, ਉਸਤਾਦ ਬਣੇ ਹੋਏ ਨੇ। ਠੀਕ ਹੈ, ਜੇ ਇਸ ਤਰ੍ਹਾਂ ਨਾਲ ਅਸੰਖ ਕੂੜੇ ਫਿਰਾਏ ਵਾਲੀ ਅਵਸਥਾ ਆਉਣੀ ਹੈ, ਅਸੰਖ ਮਲੇਸ਼ ਮਲ ਭੱਖ ਖਾਏ, ਤਾਂ ਫਿਰ ਠੀਕ ਹੈ, ਅਸੀਂ ਆਪਣੇ ਸਾਡਾ ਕੰਮ ਹੈ ਵਿਦਿਆ ਨੂੰ ਸਾਂਭ ਕੇ ਰੱਖਣਾ। ਅਸੀਂ ਆਪ ਦਾ ਕੰਮ ਕਰੀ ਜਾ ਰਹੇ ਹਾਂ। ਗੁਰੂ ਦੀ ਲਾਓ ਹਲੇ ਤਾਈਂ ਜਾਗਦੀ ਹੈ, ਉਸ ਨੂੰ ਸਾਡਾ ਕੰਮ ਹੈ ਜਗੀ ਰਹਿਣ ਦੇਣਾ, ਅਸੀਂ ਬਰਕਰਾਰ ਰੱਖ ਰਹੇ। ਤੁਹਾਡੇ ਮੁਤਾਬਕ ਇਸ ਸਮੇਂ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਪਰੰਪਰਾ ਦੇ ਵਿੱਚ ਪਿਛਲੇ 5 ਤੋਂ 6 ਦਹਾਕਿਆਂ ਦੇ ਵਿੱਚ ਕਿੰਨੀ ਕੁ ਤਬਦੀਲੀ ਆਈ ਹੈ? ਇਹ ਜਿਹੜੇ ਪਿਛਲੇ 5-6 ਦਹਾਕੇ ਨੇ, ਇਹਦੇ 'ਚ ਤਬਦੀਲ ਹੋਇਆ ਹੀ ਸੰਗੀਤ ਸੀ। ਜਿਵੇਂ ਭਾਈ ਬਲਬੀਰ ਸਿੰਘ ਹੋਏ ਨੇ, ਉਹਨਾਂ ਕੋਲ ਕੁਝ ਤਾਲੀਮ ਸੀ ਤੁਰਪਦਾਂ ਦੀ, ਪਰ ਜ਼ਿਆਦਾ ਉਹਨਾਂ ਦਾ ਗਾਣਾ ਖਿਆਲ ਸੀ। ਜਿੰਨੀਆਂ ਵੀ ਮੈਂ ਇੰਟਰਵਿਊਜ਼ ਕੀਤੀਆਂ, ਡਾਕੂਮੈਂਟੇਸ਼ਨ ਕੀਤੀ ਹੈ, ਕੁਝ ਤਾਲੀਮ ਸੀ, ਪਖਾਵਜ ਦੀ ਵੀ ਤਾਲੀਮ ਸੀ। ਆਪ ਦਿਲਰੂਬਾ ਬਹੁਤ ਅੱਛੀ ਵਜਾਉਂਦੇ ਸੀ, ਲੇਕਿਨ ਉਹ ਸਾਰਾ ਕੁਝ ਛੱਡ ਕੇ ਜਿਹੜੇ ਕੌਮ ਤੋਂ ਬਾਹਰਲੇ ਜਿਹੜੇ ਬੰਦੇ ਨੇ, ਉਹਨਾਂ ਨੂੰ ਜਿਵੇਂ ਗੁਲਾਮ ਅਲੀ ਬੜਾ ਪਸੰਦ ਸੀ, ਬੜੇ ਗੁਲਾਮ ਅਲੀ ਜਾਂ ਅਮੀਰ ਖਾਂ ਜਾਂ ਹੋਰ ਜਿਹੜੇ ਖਿਆਲ ਗਾਉਣ ਵਾਲੇ ਗਵਈਏ ਨੇ, ਤੇ ਉਹਨਾਂ ਦੇ ਵਰਗਾ ਬਣਨਾ ਚਾਹੁੰਦੇ ਸੀ ਲੋਕ, ਉਹਨਾਂ ਦਾ ਸੰਗੀਤ ਗਾਉਣਾ ਚਾਹੁੰਦੇ ਸੀ। ਇੱਥੇ ਤੁਸੀਂ ਕਦੇ ਵੀ ਇੱਕ ਇੰਡੀਵਿਜੂਅਲ ਜਿਹੜਾ ਇੱਕ ਐਂਬੀਸ਼ੀਅਸ ਗਵਈਆ ਹੈ ਜਾਂ ਵਜੰਤਰੀ ਹੈ, ਸੰਗੀਤਕਾਰ ਹੈ, ਉਹਦੇ ਤੇ ਕੌਮ ਦੀ ਤਕਦੀਰ ਨਹੀਂ ਧਰ ਸਕਦੇ ਤੁਸੀਂ, ਕਿਉਂਕਿ ਐਜ਼ ਐਨ ਇੰਡੀਵਿਜੂਅਲ ਤੁਸੀਂ ਕਿਸੇ ਤੇ ਤੁਹਾਡਾ ਦਿਲ ਜਾ ਸਕਦਾ ਹੈ, ਕਿਸੇ ਗਵਈਏ ਤੇ ਜਾ ਸਕਦਾ ਹੈ, ਤੁਹਾਡਾ ਹੱਕ ਹੈ। ਪਰ ਕੌਮ ਦੇ ਜਿਹੜੇ ਵਡੇਰੇ ਹੁੰਦੇ ਨੇ, ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਇਹਦਾ ਨਾ ਧਿਆਨ ਕਿਸੇ ਹੋਰ ਸੰਗੀਤ ਵੱਲ ਚਲਾ ਗਿਆ, ਕਿਤੇ ਇਹਦੇ ਨਾਲ ਉਸ ਸੰਗੀਤ ਦਾ ਪ੍ਰਦੂਸ਼ਣ ਸਾਡੀ ਪਰੰਪਰਾ 'ਚ ਨਾ ਆ ਜਾਏ। ਇਹਨੂੰ ਕਰਨ ਦਿਓ, ਪਰ ਹੋਰ ਇੰਤਜ਼ਾਮ ਕਰੋ ਕਿ ਕਿਹੜੇ ਨੇ ਵਿਦਵਾਨ ਜਿਨ੍ਹਾਂ ਨੂੰ ਜ਼ਿੰਮੇਵਾਰੀ ਪਤਾ ਹੈ ਕਿ ਠੀਕ ਹੈ ਗਵਈਏ ਚੰਗੇ ਗਾਉਂਦੇ ਹੋਣਗੇ, ਪਰ ਇਹ ਅੱਜ ਦੇ ਜਿਹੜੇ ਚੰਗੇ ਮਸ਼ਹੂਰ ਨੇ, ਪਰ ਵਿਦਿਆ ਕੁਝ ਹੋਰ ਹੈ। ਹੁਣ ਬੜੇ ਗੁਲਾਮ ਅਲੀ ਖਾਨ ਦਾ ਨਾਂ ਬੜਾ ਵੱਡਾ ਹੈ, ਪਰ ਉਸ ਨੂੰ ਉਹਨਾਂ ਦੇ ਸਮਕਾਲੀ ਜਿਹੜੇ ਵੱਡੇ ਸੀ, ਉਹਨਾਂ ਤੋਂ ਵੱਡੇ ਜਿਹੜੇ ਸਨ, ਉਹਨਾਂ ਦੀ ਪਿਛਲੀ ਪੀੜ੍ਹੀ ਵਾਲੇ ਕਹਿੰਦੇ ਜ਼ਿੰਮੇਵਾਰ ਗਵਈਏ ਨਹੀਂ ਹਨਗੇ। ਸਾਡੇ ਲਈ ਤਾਂ ਬੜੇ ਵੱਡੇ ਨੇ, ਪਰ ਉਹ ਵੀ ਇੱਕ ਪੀੜ੍ਹੀ ਸੀ ਜਿਹਨਾਂ ਲਈ ਇਹ ਸਭ ਬੱਚੇ ਸੀ, ਕਿਉਂਕਿ ਮੈਂ ਐਜ਼ ਅ ਰਿਸਰਚਰ ਦੇ ਤੌਰ ਤੇ ਸਾਰਿਆਂ ਨਾਲ ਸੰਵਾਦ ਰਿਹਾ ਹੈ ਮੇਰਾ। ਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਇਹ ਸਾਰੇ ਨਾਂ ਬੜੇ ਵੱਡੇ ਨਾਂ ਨੇ, ਬੜੇ ਅੱਛੀਆਂ ਆਵਾਜ਼ਾਂ ਨੇ, ਗਲੇ ਬੜੇ ਅੱਛੇ ਨੇ, ਪਰ ਜ਼ਿੰਮੇਵਾਰ ਗਵਈਏ ਨਹੀਂ ਹਨਗੇ। ਜ਼ਿੰਮੇਵਾਰ ਕੀਰਤਨੀਆਂ ਦੀ ਲੋੜ ਹੈ, ਕੌਮ ਵਿੱਚ ਜ਼ਿੰਮੇਵਾਰ ਵਿਦਵਾਨਾਂ ਦੀ ਲੋੜ ਹੈ। ਜ਼ਿੰਮੇਵਾਰ ਵਿਦਵਾਨ ਉਹ ਹੁੰਦਾ ਹੈ ਜਿਹੜਾ ਭੁਲੇਖੇ 'ਚ ਨਹੀਂ ਪੈਂਦਾ, ਮੌਸਮੀ ਬੁਖਾਰ ਨਹੀਂ ਜਿਹਨੂੰ ਚੜ੍ਹਦਾ, ਜਿਹਦਾ ਧਿਆਨ ਰਹਿੰਦਾ ਹੈ
कि ये सौगात मैं एक बड़ी वड्डी गवैया है, बहुत वड्डा नाम है, आबिदा परवीन कितना वड्डा नाम है और बहुत ही अद्भुत रूह है। उन्होंने एक फरमाइश की थी कि मैनू जय जयवंती की कोई चीज़ दसो, तो मैं सोचा कि की देवां कि इन्नी खूबसूरत और इन्नी आला फनकार तो है ही, खूबसूरत रूह और आला फनकार है जिसने यानी कि साढ़े दक्षिणी एशिया का दुनिया के विच इहदा नाम भी है, सारे पासे सारे देशों उहदे नाल इतफाक है, उहदे नाल प्यार स्नेह है। मैं सोचा हाँ बीत जाए जन्म अकाज रे, बीत जाए। इस समय का बीतना ਇਹਦਾ वर्णन है ਇਹਦੇ 'ਚ गुरु तेग बहादुर साहब का। तो मैं गल नाल दसी, मैं क्या हाँ मुरे मंदिर अब लो नहीं आई। मैं क्या सुनते आम तौर से जय जयवंती ख्याल उस्ताद फयाज खां होना दा गाया तो होर भी कई ने। तो मैं क्या ये बंदिश जिहड़ी है तुहानू लगेगी सरल है, पर ये गुरसिख इतिहास नाल इहदा जुड़िया होयापन है। ਹਜ਼ੂਰੀ ਰਾਗੀ ਜਥੇ ਜਿਹੜੇ ਨੇ ਅੱਜ ਸਭ ਤੋਂ ਜ਼ਿਆਦਾ, ਕਿਉਂਕਿ ਇਸ ਦਾ ਵਿਰੋਧ 100 ਤੋਂ ਜ਼ਿਆਦਾ ਕਰੀਬ ਜਿਹੜੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਨੇ, ਉਹਨਾਂ ਦੀ ਗਾਇਨ ਸ਼ੈਲੀ ਤੇ ਉਹਨਾਂ ਦੇ ਜੋ ਵਿਰੋਧ ਦਾ ਕਾਰਨ ਹੈ ਉਸ ਨੂੰ ਤੁਸੀਂ ਕਿਸ ਤਰ੍ਹਾਂ ਕਿਸ ਨਜ਼ਰੀਏ ਤੋਂ ਦੇਖਦੇ? ਦੇਖੋ ਜਿਹੜੇ ਰਾਗੀ ਨੇ ਤਕਰੀਬਨ ਕਈ ਮਿਸ਼ਨਰੀ ਸਕੂਲ ਵਗੈਰਾ 'ਚੋਂ ਪੜ੍ਹੇ ਹੋਏ ਨੇ, ਪਰ ਉਹ ਜਿਹੜੀ ਤਾਲੀਮ ਸੰਥਿਆ ਦੀ ਵਿਧੀ ਹੈ ਉਹ ਫਲॉड ਹੈ। ਯਾਨੀ ਕਿ ਉਹ ਇੱਕ ਆਧੁਨਿਕ ਕੰਟੈਂਪਰੇਰੀ ਕਿਸਮ ਦਾ ਗਾਣਾ ਚੱਲ ਰਿਹਾ ਹੈ। ਇਹਨਾਂ 'ਚ ਕੋਈ ਸੰਪਰਦਾਇ ਵਿਦਵਾਨ ਨਹੀਂ ਹੈ, ਕੋਈ ਵੀ ਨਹੀਂ ਹੈ। मेरी पिठ पिछे या मैं सामने शरेआम गल कर रहे हैं, ਆਪਾਂ ਇਕੱਠੇ ਬਹਿ ਕੇ ਆਪਾਂ ਵਿਚਾਰ ਕਰ ਸਕਦੇ। ਬਹਿਸ ਇਹਦੇ ਵਿੱਚ ਬਹਿਸ ਕਾਹਦੀ ਹੈ? ਗੁਰੂ ਦੀ ਵਿਦਿਆ। ਮੈਂ ਕਿਹੜਾ ਕੋ ਆਪਣਾ ਰਾਗ ਕਿਸੇ ਨੂੰ ਸਿਖਾ ਰਿਹਾ ਜਾਂ ਮੇਰਾ ਰਾਗ ਜ਼ਿਆਦਾ ਚੰਗਾ ਤੇਰੇ ਨਾਲੋਂ, ਇਹ ਕੋਈ ਬਹਿਸ ਨਹੀਂ ਹੈ। ਅਸੀਂ ਗੁਰੂ ਵਿਦਿਆ ਦੀ ਗੱਲ ਕਰ ਰਹੇ ਹਾਂ। ਇਹ ਜਿਹੜਾ ਸੰਪਰਦਾਈ ਜਿਹੜਾ ਗਿਆਨ ਹੈ, ਇਹ ਜਿਹੜੇ 19ਵੀਂ 20ਵੀਂ ਸ਼ਤਾਬਦੀ ਦੇ ਵਿੱਚ ਜਿਹੜੇ ਸਕੂਲ ਵਗੈਰਾ ਬਣੇ ਨੇ, ਉਹਨਾਂ ਨੇ ਮੈਨੂੰ ਥੋੜ੍ਹਾ ਬਹੁਤਾ ਸਿਖਾ ਕੇ ਜੀ ਚਲੋ ਇੱਕ ਫੈਕਟਰੀ ਮਿਊਜ਼ਿਕ ਜਿਵੇਂ ਹੁੰਦਾ ਕਿ ਥੋੜ੍ਹਾ ਬਹੁਤਾ ਸਿਖਾ ਕੇ ਆਸਾ ਦੀ ਵਾਰ ਕਰਾ ਦਿਓ ਤੇ ਤਾਂ ਕਿ ਰਾਗੀ ਬਣ ਜਾਣ। ਸੰਪਰਦਾਵਾਂ ਇਦਾਂ ਨਹੀਂ ਬਚਦੀਆਂ, ਉਹ ਨਾ ਹੀ ਬਚੀਆਂ ਨੇ। ਸੋ ਜਿਹੜੇ ਰਾਗੀ ਨੇ 100 ਹੋਣ ਭਾਵੇਂ 1000 ਹੋਣ, ਪਹਿਲਾਂ ਤਾਂ ਇਹਨਾਂ ਚੋਂ ਜੇ ਮੈਂ ਜਾਵਾਂ ਸਿੱਖਣ ਲਈ ਇਹਨਾਂ ਕੋਲੋਂ ਕਿ ਮੈਨੂੰ ਕੋਈ ਗੁਰੂ ਨਾਨਕ ਦੀ ਕੋਈ ਧੁਨ ਸਿਖਾ ਦਿਓ ਜਾਂ ਸੁਚੱਜੀ ਜਾਂ ਕੁਚੱਜੀ ਦੀ ਕੋਈ ਧੁਨ ਯਾਦ ਹੋਵੇ ਜਾਂ ਸੋਦਰ ਦਾ ਓਰੀਜਨਲ ਗਾਣਾ ਕਿਵੇਂ ਹੈ, ਉਹਦਾ ਪ੍ਰਮਾਣ ਸਹਿਤ, ਜਾਂ ਘਰ ਕੀ ਹੁੰਦੇ ਨੇ, ਜਾਂ ਰਾਗ ਸਰੂਪ ਕਿਹੜੇ ਨੇ, ਜਾਂ ਬਿਸਰ ਗਈ ਸਾਹਿਬ ਤਾਤਪੁਰਾਈ ਦਾ ਧੁਰਪਦ ਜਿਹੜਾ ਗੁਰੂ ਸਾਹਿਬ ਦੀ ਕੋਈ ਸ਼ਰੂਤੀ ਹੈ ਯਾਦ, ਇਹਨਾਂ ਕੋਲ ਮੈਂ ਤਾਂ ਜਾਣਨਾ ਨਹੀਂ ਹੈਗੇ ਕਿਉਂਕਿ ਇਹਨਾਂ ਦੇ ਵਡੇਰਿਆਂ ਨੂੰ ਜਾਣਦਾ ਸਾਂ ਮੈਂ, ਜਿਹੜੇ 1980 90 ਦੇ ਵਿੱਚ ਜਿਨ੍ਹਾਂ ਕੋਲ ਜਾ ਕੇ ਰਿਸਰਚ ਕੀਤੀ ਹੈ ਮੈਂ, ਉਹ ਦੇਖਿਆ ਹੋਇਆ। ਸੋ ਇਹ ਗੱਲ ਛੱਡੀਏ, ਗੱਲ ਹਾਰਮੋਨੀਅਮ ਹੈ। ਹਾਰਮੋਨੀਅਮ ਨੂੰ ਮੈਂ ਕਬਰਸਤਾਨ ਗਿਣਦਾ। ਇੱਕ ਹਾਰਮੋਨੀਅਮ ਹਰ ਜਿਹੜੀ ਉਹਦੀ ਕੀ ਹੈ ਨਾ, ਚਾਬੀ ਜਿਹੜੀ ਹੈ ਉਹਦੀ, ਉਹ ਹਰ ਕੀ ਦੇ ਉੱਤੇ, ਜਿਵੇਂ ਜੇ ਰੇ ਜਿਹਨੂੰ ਕਹਿੰਦੇ ਹੋ ਨਾ ਤੁਸੀਂ, ਉਹ ਰੇ ਇੱਕ ਕਬਰਸਤਾਨ ਹੈ। ਜਿੰਨੇ ਰਾਗਾਂ 'ਚ ਕੋਮਲ ਰੇ ਲੱਗਦਾ ਨਾ, ਉਹ ਸਾਰਿਆਂ ਦਾ ਕਬਰਸਤਾਨ ਹੈ। ਉਹ ਸਾ ਦੇ ਉੱਤੇ ਜਿੰਨੇ ਖਰਜ ਦੀ ਅਵਸਥਾ ਹੈ, ਉਹ ਸਾਰਿਆਂ ਦਾ ਕਬਰਸਤਾਨ ਹੈ। ਸੋ ਹਾਰਮੋਨੀਅਮ ਦਰਅਸਲ ਹਾਰਮੋਨੀਅਮ ਨਹੀਂ ਹੈ ਜਿਹਨੂੰ ਹਾਰਮ ਉਹ ਨਿਯਮ ਕਹਿਣਾ ਹੁੰਦਾ ਮੈਂ, ਜਿਹੜਾ ਉਹ ਨਿਯਮ ਉਹ ਡਿਸਪਲਿਨ ਜਿਹੜਾ ਹਾਰਮ ਕਰੇ। ਸੋ ਇਹ ਜਿੰਨਾ ਮਰਜ਼ੀ ਮਸ਼ਹੂਰ ਹੋ ਜੇ ਸਾਜ਼, ਜਿਹੜਾ ਇਕੁਅਲ ਟੈਂਪਰਾਮੈਂਟ ਦਾ ਸਕੇਲ ਹੈ ਨਾ, ਜਿਹੜਾ ਪਿਆਨੋ ਸਾਹਿਬ ਇੱਥੇ ਪਿਆ ਹੋਇਆ, ਸੋ ਮੇਰਾ ਕੋਈ ਵੈਰ ਨਹੀਂ, ਮੇਰੇ ਬੱਚੇ ਸਿੱਖਦੇ ਰਹੇ ਨੇ, ਉਹਨੂੰ ਵਜਾਓ। ਉਹ ਰਾਗ ਦਾ ਐਡੈਪਟਿਵ ਯੂਜ਼ ਤੁਸੀਂ ਉਹ ਰੂਪ ਜਿਹੜਾ ਵਰਤ ਸਕਦੇ ਹੋ। ਯਾਨੀ ਕਿ ਰਾਗ ਵਾਂਗੂ ਕਿ ਜਿੱਦਾਂ ਰਾਗ ਮਾਲਕੌਂਸ 'ਚ ਦਸਮ ਪਾਤਸ਼ਾਹ ਦਾ ਵਨ ਆਫ ਦਾ ਫੇਵਰਿਟ ਰਾਗਸ ਹੈ, ਵਾਜੇ ਤੇ ਹੈ ਹੀ ਨਹੀਂ ਇਹ ਸੁਰ, ਪਰ ਤੁਸੀਂ ਕਹੋਗੇ ਜੀ ਅੱਛਾ ਜੀ ਚੱਲਣ ਇੱਦਾਂ ਦਾ ਹੈ, ਚਲੋ ਉਹਦਾ ਗਾ ਇਹ ਹੈ ਤਾਂ ਵਾਜੇ ਦਾ ਆ ਹੈ, ਇੰਨੀ ਤਾਂ ਅਸੀਂ ਸੁਣ ਲਾਂਗੇ, ਚਲੋ ਸੁਣ ਲੈਂਦੇ ਹਾਂ। ਪਰ ਤੁਸੀਂ ਕਹੋਗੇ ਰਾਗ ਮਾਲਕੌਂਸ ਹੋ ਗਿਆ, ਇਹ ਗਲਤ ਹੈ। ਵਾਜੇ ਤੇ ਤਾਂ ਬਿਲਾਵਲ ਨਹੀਂ ਬਚ ਸਕਦਾ। ਸੋ ਪਹਿਲਾਂ ਤਾਂ ਇਹ ਸਮਝ ਲਈਏ ਕਿ ਵਾਜੇ ਦੀ ਹੱਦ ਕਿੰਨੀ ਹੈ, ਵਾਜੇ ਦੀ ਚਾਦਰ ਦਾ ਫੈਲਾ ਕਿੰਨਾ ਹੈ। ਇੱਕ ਵੀ ਰਾਗ ਵਾਜੇ ਤੇ ਨਹੀਂ ਬਚ ਸਕਦਾ। ਪਹਿਲਾਂ ਤਾਂ ਇਹ ਪਾਸੇ ਕਰੀਏ ਇਹਨੂੰ। ਜੋ ਵਿਵਾਦ ਚੱਲ ਰਿਹਾ ਸਾਰੀ ਦੁਨੀਆ ਜਾਣਦੀ ਹੈ, ਇਸ ਵਿਵਾਦ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਨਾਲ ਹੀ ਰਾਗੀ ਸਿੰਘ ਜਿਹੜੇ ਨੇ ਜਾਂ ਉਹਨਾਂ ਦੀ ਜਿਹੜੀ ਸਭਾ, ਉਹਨਾਂ ਨੇ ਇਹ ਗੱਲ ਬਾਰ-ਬਾਰ ਦੁਹਰਾਈ ਹੈ ਜੋ ਅੱਜ ਰਾਗੀ ਸਿੰਘਾਂ ਦੀ ਦਿਸ਼ਾ ਹੋ ਰਹੀ ਹੈ, ਉਹਨਾਂ ਦਾ ਜਿਸ ਤਰ੍ਹਾਂ ਦਾ, ਕਿਉਂਕਿ ਉਹ ਭਾਵੇਂ ਮਾਇਆ ਪੱਖੋਂ ਲੈ ਲਓ, ਉਹ ਭਾਵੇਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਪੱਖੋਂ ਲੈ ਲਓ, ਜਾਂ ਉਹਨਾਂ ਦੇ ਨਾਲ ਜੋ ਵਿਵਹਾਰ ਹੋ ਰਿਹਾ ਹੈ ਉਹਨਾਂ ਨਾਲ ਲੈ ਲਈਏ, ਇਸ ਸਾਰੇ ਵਰਤਾਰੇ ਦੇ ਪਿੱਛੇ ਉਹਨਾਂ ਦਾ ਦਰਦ ਹੈ। ਉਸ ਦਰਦ ਨੂੰ ਭਾਈ ਬਲਦੀਪ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਨੇ? ਸ਼੍ਰੋਮਣੀ ਰਾਗੀ ਸਭਾ ਬਣੀ ਸੀ ਅੱਜ ਤੋਂ ਕਈ ਦਹਾਕੇ ਪਹਿਲਾਂ,
ਉਹਦੀ ਪ੍ਰਧਾਨਗੀ ਮੇਰੇ ਪੜਚਾਚਾ ਬਾਬਾ ਜਵਾਲਾ ਸਿੰਘ ਨੇ ਕੀਤੀ ਸੀ। ਇੱਕ ਉਦੋਂ ਦੀ ਤਸਵੀਰ ਵੀ ਆ, ਭਾਈ ਸਾਹਿਬ ਜਵਾਲਾ ਸਿੰਘ ਖੜੇ ਹੋ ਕੇ ਬਿਰਧ ਅਵਸਥਾ ਵਿੱਚ ਉਹ ਜਿਹੜਾ ਪ੍ਰਧਾਨਗੀ ਭਾਸ਼ਣ ਦੇ ਰਹੇ ਨੇ। ਉੱਥੇ ਛੋਟੀ ਅਵਸਥਾ 'ਚ ਉਹਨਾਂ ਨੂੰ ਕਾਕਾ ਸਮੁੰਨ ਸਿੰਘ ਕਹਿੰਦੇ ਸੀ ਉਦੋਂ। ਸਾਰੇ ਬੈਠੇ ਨੇ, ਕਈ ਰਬਾਬੀ, ਕਈ ਗੁਰਸਿੱਖੜੇ ਜਿਹੜੇ ਰਬਾਬੀ ਜਿਹੜੇ ਸਿੱਖ ਸਨ, ਸਭ ਬੈਠੇ ਨੇ। ਸੋ ਮੇਰਾ ਜਿਹੜਾ ਸਾਡੇ ਪਰਿਵਾਰ ਦਾ ਵੀ ਜਿਹੜਾ ਇੱਕ ਮੇਰੇ ਵਡੇਰਿਆਂ ਦਾ ਜਿਹੜਾ ਆਸ਼ੀਰਵਾਦਾਤਮਕ ਸੰਬੰਧ ਹੈ, ਸਾਰੇ ਜਿਹੜੇ ਰਾਗੀ ਤੇ ਰਬਾਬੀ ਜਿਹੜੀ ਸੰਪਰਦਾ ਹੈ ਕੀਰਤਨ ਕਰਨ ਦੀ, ਜਿਹੜੇ ਕਈ ਦਹਾਕੇ ਲਾ ਕੇ ਜਿਹੜੇ ਰਾਗ ਵਿਦਿਆ ਸਿੱਖਦੇ ਨੇ, ਤਾਲ ਸਿੱਖਦੇ ਨੇ, ਤਾਲਵਾਦ ਸਿੱਖਦੇ ਨੇ, ਤਾਲ ਵਿਦਿਆ ਸਿੱਖਦੇ ਨੇ, ਸਾਜ਼ਾਂ ਦੀ ਵਿਦਿਆ ਸਿੱਖਦੇ ਨੇ। ਸੋ ਇਹ ਆਪਣੇ ਆਪ 'ਚ ਪੂਰਾ ਲਾਈਫ ਟਾਈਮ ਐਂਡੇਵਰ ਹੁੰਦਾ ਹੈ। ਇਹ ਤੁਸੀਂ ਸ਼ੌਕੀਆ ਨਹੀਂ ਕਰ ਸਕਦੇ। ਜਿਹੜਾ ਦੁਰਵਿਵਹਾਰ ਹੈ ਉਹ ਭਾਵੇਂ ਕੋਈ ਰਾਗੀ ਕਰੇ, ਭਾਵੇਂ ਕੋਈ ਗ੍ਰੰਥੀ ਕਰੇ, ਭਾਵੇਂ ਕੋਈ SGPC ਦਾ ਕੋਈ ਸਿਆਸਤਦਾਨ ਕਰੇ, ਕੋਈ ਅਹੁਦੇਦਾਰ ਕਰੇ, ਮੈਂ ਉਸ ਦੁਰਵਿਵਹਾਰ ਦੇ ਖਿਲਾਫ ਹਾਂ, ਕਿਉਂਕਿ ਉਹ ਸਾਡੀ ਗੁਰਸਿੱਖੜੀ ਤਹਿਜ਼ੀਬ ਦਾ ਹਿੱਸਾ ਨਹੀਂ। ਦਾਦੀ ਦਾਤੀ ਨਾਤੀ ਨਾਤੀ ਰੋਟੀ ਖਾ ਕੇ ਨੱਕ ਵੇਰੋ ਲਾ ਕੇ ਇਦਾਂ ਨਹੀਂ ਹੁੰਦਾ। ਇਹ ਕਿਹੜੀਆਂ ਵਿਦਿਆ ਪ੍ਰਣਾਲੀਆਂ ਨੇ ਜਿਹੜੀ ਗੁਰੂ ਘਰ 'ਚ ਦਰਬਾਰ ਸਾਹਿਬ ਵੱਜਦੀਆਂ। ਭਾਈ ਗਾਮ ਰਬਾਬੀ ਨੂੰ ਮੈਂ 2000 'ਚ ਲਾਹੌਰ ਜਾ ਕੇ ਇੰਟਰਵਿਊ ਕੀਤਾ। ਮੈਂ ਕਿਹਾ ਜੀ ਆਪਣੀ ਸਾਖੀ ਸੁਣਾਓ। ਕਿ ਮੁਸਕਾ ਕੇ ਬਈ ਕਾਹਦੀ ਸਾਖੀ ਹੈ? ਕਹਿੰਦੇ ਜੀ ਮੈਂ ਛੋਟਾ ਸਾਂ, ਕਹਿੰਦੇ ਗਾਮ ਮੇਰਾ ਨਾਂ ਹੈ, ਖਡੂਰ ਸਾਹਿਬ ਦਾ ਮੇਰਾ ਜਨਮ ਹੈ, ਜ਼ਿਲ੍ਹਾ ਅੰਮ੍ਰਿਤਸਰ, ਤੇ ਮੈਂ ਗੁਰੂ ਅੰਗਦ ਦਾ ਰਬਾਬੀ ਹਾਂ। ਮਤਲਬ ਸਹੀ ਤਾਂ ਲੁੱਟੇ ਗਏ। 2000 ਦੇ ਵਿੱਚ 53 ਸਾਲਾਂ ਬਾਅਦ ਵੀ ਉਹ ਕਹਿ ਰਿਹਾ ਬਿਰਧ ਅਵਸਥਾ 'ਚ ਮੇਰੀ ਜੋੜੀ ਉਹਨਾਂ ਦੇ ਸਾਹਮਣੇ ਰੱਖੀ ਹੋਈ। ਮੈਂ 1947 ਬਾਅਦ ਉਹਨਾਂ ਨੇ ਜੋੜੀ ਫੇਰ ਵਜਾਈ। ਧਾ ਦੂੰਗੇ ਨੱਟ ਤ੍ਰੇਤਾ, ਉਹੀ ਬੋਲ ਜਿਹੜੇ ਸਾਨੂੰ ਸਾਰਿਆਂ ਨੂੰ ਯਾਦ ਆ। ਕੀ ਕਹਿੰਦੇ ਨੇ ਉਹ? ਕਹਿੰਦੇ ਮੈਂ ਦਰਬਾਰ ਸਾਹਿਬ ਵੀ ਵਜਾਇਆ। ਕਹਿੰਦੇ ਸਹੁੰ ਰੱਬ ਦੀ, ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ। ਕਹਿੰਦੇ ਮੇਰੀ ਜੋੜੀ ਤੋਂ ਉੱਟਿਆ ਆਟਾ ਹੱਲੇ ਵੀ ਛੱਤ ਤੇ ਦਰਬਾਰ ਸਾਹਿਬ ਤੇ ਲੱਗਾ ਹੋ। ਇੰਨਾ ਪੈਸ਼ਨ ਸੀ। ਮੇਰੀ ਜੋੜੀ ਤੋਂ ਉੱਡਿਆ ਆਟਾ, ਕਹਿੰਦੇ ਡੋਲੇ ਮੇਰੇ ਫੜਕਦੇ ਸੀ, ਮਾੜੀ ਮਾੜੀ ਮੁੱਛਾਂ ਫੁੱਟਦੀਆਂ ਸੀ। ਕਹਿੰਦੇ ਡੋਲੇ ਫੜਕਦੇ ਸੀ, ਕਹਿੰਦੇ ਦਾਣੇ ਇਦਾਂ ਜਿੱਦਾਂ ਭੁੱਜਦੇ ਸੀ। ਮਿਹਨਤ ਦਾ ਇਹ ਵਰਣਨ ਹੈ ਉਹਨਾਂ ਦਾ, ਮੇਰਾ ਰਿਕਾਰਡਡ ਹੈ, ਡਾਕੂਮੈਂਟਰੀ ਹੈ। ਕਿੰਨਾ ਵਰਣਨ ਹੈ ਕਿ ਕਹਿੰਦੇ ਮੇਰੇ ਜੋੜੀ ਦਾ ਉੱਡਿਆ ਆਟਾ ਸਹੁੰ ਰੱਬ ਦੀ ਅੱਜ ਵੀ ਛੱਤ ਤੇ ਲੱਗਾ ਹੋਊ। ਇਹ ਪੈਸ਼ਨ ਸੀ। ਇਦਾਂ ਥੋੜਾ ਨਾ ਕੀਰਤਨ ਕਰੋ ਨਾਟੀ 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 ਬਣਾਉਟੀ ਪਣਾ। ਜਿੱਤਨ ਲਾਗੇ ਸੋਤਨ ਜਾਣੇ। ਉਹ ਜਿਨ੍ਹਾਂ ਦੇ ਪ੍ਰੇਮ ਲਗਾ ਹਰ ਤੀਰ ਮੇਰੇ ਮਨ ਪ੍ਰੇਮ, ਇਹ ਜਿਹਦੇ ਲੱਗਾ ਉਹ ਜਦੋਂ ਗਾਵੇ ਕਿਵੇਂ ਦਾ ਲੱਗੂ? ਜਾਂ ਇੱਕ ਜਿਹੜਾ ਗਾ ਰਿਹਾ ਜਿਹਦਾ ਮਨ ਕਿਤੇ ਹੈ, ਜਿਹਨੂੰ ਪਤਾ ਹੀ ਨਹੀਂ ਅੱਖਰਾਂ ਦਾ ਕਿੰਨੇ ਮਹਿੰਗੇ ਅੱਖਰ ਨੇ ਮਹਾਰਾਜ ਦੇ, ਕਿ ਜਿਹਦੇ ਪ੍ਰੇਮ ਲੱਗਿਆ ਹੀ ਤੀਰ ਲੱਗਿਆ ਹੀ ਨਹੀਂ ਜਿਹਦੇ ਮਨ ਵਿੱਚ। ਮੇਰੇ ਮਨ ਪ੍ਰੇਮ ਲਗਾਓ ਹਰ ਤੀਰ, ਹਮਰੀ ਬੇਦਨ ਹਰੀ ਪ੍ਰਭ ਜਾਨ, ਮੇਰੇ ਮਨ ਅੰਦਰ ਕੀ ਪੀ। ਸੋ ਕਹਿਣ ਦਾ ਭਾਵ ਇਹ ਹੈ ਕਿ ਕੀਰਤਨੀਏ ਜਿਹੜੇ ਆਉਣ ਵਾਲੇ ਬਣਾਉਣੇ ਨੇ, ਉਹਨਾਂ ਦੀ ਰੈਮਿਊਨਰੇਸ਼ਨ ਦਿਓ ਕਿ ਜਿਹੜਾ ਬੰਦਾ ਵਿਦਵਾਨ ਕੀਰਤਨੀਆ, ਜਿਹੜਾ ਜ਼ਿੰਮੇਵਾਰ ਕੀਰਤਨੀਆ ਹੋਏਗਾ, ਜਿਨ੍ਹਾਂ ਦੇ ਜਿਗਰਾਂ ਦੇ ਵਿੱਚ ਸੰਪਰਦਾਈ ਜਿਹੜੀ ਸਾਡੀ ਗੁਰੂ ਦੀ ਬਖਸ਼ੀ ਹੋਈ ਦਾਤ ਸੌਗਾਤ ਹੈ ਵਿਦਿਆ ਦੀ, ਜਿਨ੍ਹਾਂ ਦੇ ਮਹਿਫੂਜ਼ ਹੋਏਗੀ, ਜਿਹੜੇ ਹੁਣ ਸਾਡੇ ਅਗਾਂਹ ਦੇ ਸੰਚਾਲਕ ਹੋਣਗੇ, ਅਗਲੀ ਜਿਹੜਾ ਸਾਡਾ ਗਿਆਨ ਦਾ ਦਰਿਆ ਹੈ ਆਉਣ ਵਾਲੇ ਸਮੇਂ 'ਚ ਲੈ ਕੇ ਜਾਣਗੇ, ਉਹਨਾਂ ਦਸੀਂ ਇੱਕ ਜਿਹੜੇ ਇੰਜੀਨੀਅਰ ਡਾਕਟਰ ਜਿੱਦਾਂ ਤਨਖਾਹ ਲੈਂਦੇ ਨੇ, ਉਹਨਾਂ ਦੇ ਬਰਾਬਰ ਇਹਨਾਂ ਦੀ ਤਨਖਾਹ ਹੋਏਗੀ। ਸਗੋਂ ਅਸੀਂ ਰੁਪਈਆ ਇੱਕ ਵਾਧੂ ਦੇਵਾਂਗੇ। ਜਿਸ ਤਰ੍ਹਾਂ ਹਜ਼ੂਰੀ ਰਾਗੀ ਜਥੇ ਖਾਸ ਤੌਰ ਤੇ ਇਹ ਗੱਲ ਦਾ ਜਿਹੜਾ ਰੋਜ਼ ਕਰ ਰਹੇ ਨੇ ਕਿ ਹਾਰਮੋਨੀਅਮ ਦਾ ਹਵਾਲਾ ਦੇ ਕੇ ਵੀ ਇਸ ਤਰ੍ਹਾਂ ਜਿਹੜਾ ਇਸ ਜਲਦਬਾਜ਼ੀ 'ਚ ਲਿਆ ਫੈਸਲਾ, ਪਰ ਤੁਹਾਡੇ ਮੁਤਾਬਕ ਇਹ ਫੈਸਲਾ ਜਿਹੜਾ ਇਸ ਦਾ ਆਉਣ ਵਾਲਾ ਭਵਿੱਖ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਣਾ, ਜਿਹੜਾ ਉਹ ਕਿੰਨਾ ਕੁ ਤੁਸੀਂ ਉਸ ਨੂੰ ਸਾਰੀਆਂ ਗੱਲਾਂ ਪਾਸੇ ਰੱਖ ਕੇ ਜੇ ਆਪਾਂ ਕਰੀਏ ਕਿ ਸਵਾਗਤ ਕਰਦੇ ਹੋ ਆਉਣ ਵਾਲੇ ਸਮੇਂ ਦੇ? ਤੰਤੀ ਸਾਜ਼ ਜਿਹੜੇ ਰਿਵਾਈਵ ਹੋਏ ਨੇ ਉਹ ਇਸ ਫੈਸਲੇ ਕਰਕੇ ਨਹੀਂ ਹੋਏ। ਉਹ ਗੁਰੂ ਸਾਹਿਬ ਔਰ ਗੁਰੂ ਪੰਥ ਖਾਲਸੇ ਜਿਹੜੇ ਬਜ਼ੁਰਗ ਸੀ ਉਹਨਾਂ ਦਾ ਪ੍ਰੇਰਿਆ ਹੋਇਆ ਇੱਕ ਬਰਖੁਰਦਾਰ ਜਿਹੜਾ ਹੈ, ਛੋਟੀ ਜਿਹੀ ਉਮਰ ਦਾ ਬਲਦੀਪ ਹੈ ਜੀ, ਜਿਹੜਾ 20 ਸਾਲ ਦੀ ਉਮਰ 'ਚ ਆਪਣੇ ਲੜਾਕੂ ਜਹਾਜ਼ਾਂ ਦਾ ਫਲਾਈਂਗ ਕਰੀਅਰ ਛੱਡ ਕੇ ਲੱਗ ਗਿਆ ਸੀ, ਜਿਹੜੇ ਜਹਾਜ਼ ਬਣਾਉਂਦਾ ਸੀ ਤੇ ਜਿਹਨੇ ਸਾਜ਼ ਬਣਾਏ, ਉਹ ਸਾਜ਼ ਤਾਂ ਪੁਨਰ ਸੁਰਜੀਤ ਹੋ ਚੁੱਕੇ ਨੇ। ਇਹ ਪੁਨਰ ਸਰਜਨ ਇਸ ਫੈਸਲੇ ਕਰਕੇ ਨਹੀਂ ਹੋਣਾ। ਇਹ ਸਮਝਣਾ ਕਿ ਸ਼ਾਇਦ ਇਸ ਫੈਸਲੇ ਕਰਕੇ ਪੁਨਰ ਸਰਜਨ ਹੋਊਗਾ, ਉਹ ਭਰਮ ਹੈ। ਇਹ ਸਮਝਣਾ ਕਿ ਪਿਛਲੇ ਸਾਲਾਂ ਤੋਂ ਜਿਹੜੇ ਸਾਜ਼ ਵੱਜ ਰਹੇ ਨੇ ਉਹ ਸ਼ਾਇਦ ਪੁਨਰ ਸਰਜਨ ਹੋ ਗਿਆ, ਇਹ ਵੀ ਭਰਮ ਹੈ। ਇਹ ਝੂਠ ਦੀ ਪੰਡ ਹੈ। ਜਿਵੇਂ ਮੈਂ ਦੱਸਿਆ, ਜਿਹੜੀ ਦਿਲਰੂਬਾ ਦਸਵੇਂ ਪਾਤਸ਼ਾਹ ਨਾਲ ਕਾਹਦਾ ਸੰਬੰਧ ਹੈ? 19ਵੀਂ ਸ਼ਤਾਬਦੀ ਦਾ ਸਾਜ਼ ਹੈ। ਉਹਨੂੰ ਕਿੰਨੇ ਸਿੱਖ ਬੱਚੇ ਨੇ ਉਹਨਾਂ ਨੇ ਕਿਤੇ ਪੜ੍ਹ ਲਿਆ, ਕਿਸੇ ਝੂਠੇ ਨੇ ਲਿਖ ਦਿੱਤਾ ਤੇ ਉਹਨੇ ਦਸਵੇਂ ਪਾਤਸ਼ਾਹ ਨਾਲ ਦਿਲਰੂਬਾ ਜੋੜਤੀ। ਹੁਣ ਤਾਂ ਫਿਲਮਾਂ ਵੀ ਬਣ ਰਹੀਆਂ ਜਿਹਦੇ 'ਚ ਫਿਲਮਾਂ ਦੇ ਵਿੱਚ ਸਾਹਿਬਜ਼ਾਦੇ ਤਬਲਾ ਵੀ ਵਜਾ ਰਹੇ ਆ, 4 ਸਾਹਿਬ ਦੇ ਤਬਲਾ ਵਜਾ ਰਹੇ। ਦੱਸੋ ਉਹ ਕਿੱਥੋਂ ਤਬਲਾ ਵੱਜ ਗਿਆ ਉੱਥੇ?
ਉਹ ਤਾਂ ਤਬਲਾ ਮੁਗਲ ਦਰਬਾਰਾਂ ਤੇ ਕਵਾਲ ਬੱਚਿਆਂ ਨੇ, ਜਿੱਥੇ ਤਬਲਾ ਡੁੱਗੀ ਜਿੱਥੇ ਆਈ ਹੈ ਉੱਥੇ ਵੀ ਨਹੀਂ ਆਇਆ ਸੀ ਹੱਲੇ। ਉਤੋਂ ਕਹਾਣੀਆਂ ਲਿਖਤੀਆਂ ਜੀ, ਮਾਤਾ ਗੁਜਰੀ ਜੀ ਤੇ ਮਾਤਾ ਸੁੰਦਰੀ ਨਾ ਦਿਲਰੂਬਾ ਸਿਖਾਉਂਦੇ ਸੀ, ਤਾਲੀਮ ਦਿੰਦੇ ਸੀ, ਕੀਰਤਨ ਦਾ ਦਿਲਰੂਬਾ ਸਿਖਾਉਂਦੇ ਸੀ। ਦੱਸੋ ਮਤਲਬ ਆ ਹੁਣ ਸਾਡੀ ਗੁਰਸਿੱਖੀ ਮਤਲਬ ਇੰਨੀ ਪਾਏ ਤੇ ਰਹਿ ਗਈ ਹੈ? ਇਦਾਂ ਨਹੀਂ ਹੁੰਦੀ। ਇਹ ਦੋ ਰਾਏ ਨਹੀਂ ਕਿ ਹਾਰਮੋਨੀਅਮ ਹੋਵੇ ਨਾ ਹੋਵੇ, ਹਾਰਮੋਨੀਅਮ ਤਾਂ ਰਾਗਾਂ ਦਾ ਕਬਰਸਤਾਨ ਹੈ। ਤੁਸੀਂ ਕੀਰਤਨ ਆਪਣਾ ਕਰੀ ਜਾ ਸਕਦੇ ਹੋ, ਪਰ ਦਰਬਾਰ ਸਾਹਿਬ ਜਾਂ ਜਿੰਨੇ ਵੱਡੇ ਗੁਰੂ ਘਰ ਨੇ, ਉਹ ਅੱਜ ਤੋਂ ਹੋ ਸਕਦਾ 10 ਸਾਲ 15 ਸਾਲ 20 ਸਾਲ ਜਿਹੜੀ ਨਵੀਂ ਪੀੜ੍ਹੀ ਅਸੀਂ ਪੈਦਾ ਕਰਨੀ ਹੈ ਵਿਦਵਾਨਾਂ ਦੀ, ਉਹਨਾਂ ਦੇ ਹੱਥ ਅਸੀਂ ਜਿਹੜੇ ਓਰੀਜਨਲ ਸਾਜ਼ ਜਿਹੜੇ ਬਚੇ ਹੋਏ ਨੇ, ਜਿਹੜੀਆਂ ਲਕੀਰਾਂ ਨਏ ਨਕਸ਼ ਨੇ, ਵਜਾਉਣ ਦੀਆਂ ਵਿਧੀਆਂ, ਵਜਾਉਣ ਦੀ ਸਮੱਗਰੀ ਅਸੀਂ ਜੇ ਕਰ ਸਕੀਏ, ਇਹ ਇੱਕ ਕੌਮੀ ਫੈਸਲਾ। ਉਹਦੇ ਲਈ ਸਾਨੂੰ ਕਈ ਸੈਂਕੜੇ ਕਰੋੜ ਰੁਪਈਆ ਖਰਚਣਾ ਪੈਣਾ ਹੈ ਅਗਲੀ ਪੀੜ੍ਹੀ ਤਿਆਰ ਕਰਨ ਨੂੰ। ਇਹ ਸਿਰਫ ਫੋਕੇ ਤੇ ਰੁੱਖੇ ਤੇ ਸੁੱਕੇ ਫਤਵਿਆਂ ਦੇ ਨਾਲ ਜਾਂ ਹੁਕਮਨਾਮਿਆਂ ਦੇ ਨਾਲ ਅਚਾਨਕ ਵਿਦਵਾਨ ਕੌਮ ਨੂੰ ਆਪਣੇ ਆਂਗਣ ਚੋਂ ਪੈਦਾ ਕਰਨੇ ਪੈਂਦੇ ਆ। ਭਾਵੇਂ ਉਹ ਭਾਈ ਬਲਦੀਪ ਸਿੰਘ ਹੋਰਾਂ ਦੀ ਮਿਹਨਤ ਹੀ ਸਹੀ, ਜਿੱਦਾਂ ਤੁਸੀਂ ਕਿਹਾ ਕਿ ਜਿਹੜੀ ਇਹ ਮਿਹਨਤ ਸੀ, ਉਸ ਮਿਹਨਤ ਨੂੰ ਹੀ ਅਸੀਂ ਸਮਝੀਏ ਕਿ ਬੂਰ ਪਿਆ, ਤੇ ਉਸ ਮਿਹਨਤ ਹੀ ਅੱਜ ਰੰਗ ਲਿਆਉਂਦੀ ਹੈ। ਤੇ ਸ੍ਰੀ ਦਰਬਾਰ ਸਾਹਿਬ ਇਹ ਬੂਰ ਇਦਾਂ ਨਹੀਂ ਪਿਆ ਕਰਦੇ। ਦੇਖੋ ਨਕਲਚੀ ਬਾਂਦਰ ਬੜੇ ਨੇ, ਕੰਮ ਕੋਈ ਕਰਦਾ ਹੈ ਤੇ ਉਹ ਦੇਖਾ ਦੇਖੀ ਬੜੇ ਕਰਦੇ ਨੇ। ਸੋ ਦੇਖਾ ਦੇਖੀ ਨੂੰ ਮੈਂ ਨਹੀਂ ਸਮਝਦਾ ਕਿ ਉਹ ਤਾਂ ਇੱਕ ਜਿਹਨੂੰ ਕਹਿੰਦਾ ਧਰਤੀ ਜਦੋਂ ਬਣਦੀ ਹੈ, ਸਮੁੰਦਰਨਾਮਾ ਬਣਦਾ ਤਾਂ ਹਲੇ ਪਹਿਲਾਂ ਗਾਰਾ ਹੀ ਹੁੰਦਾ, ਉਹ ਹੌਲੀ ਹੌਲੀ ਸਿਮਦਾ ਹੁੰਦਾ, ਹੌਲੀ ਹੌਲੀ ਥੱਲੇ ਤਹਿ ਬਹਿੰਦੀ ਹੈ ਤੇ ਪਾਣੀ ਪੀਣ ਜੋਗਾ ਹੁੰਦਾ। ਠੀਕ ਹੈ, ਮੈਂ ਨਹੀਂ ਸਮਝਦਾ ਇਹ ਹਲੇ ਲੰਬੀ ਕਹਾਣੀ ਹੈ। ਹਾਂ, ਸਾਜ਼ਾਂ ਦਾ ਜਿਹੜਾ ਵਿਅੰਗ ਹੈ ਜਾਂ ਸਾਜ਼ਾਂ ਦੇ ਬਾਰੇ, ਉਹ ਭਾਈ ਬਲਦੀਪ ਸਿੰਘ ਦੇ ਰਾਹੀਂ ਮਹਾਰਾਜ ਨੇ ਕਿਰਪਾ ਕਰਕੇ 1987-88 ਤੋਂ ਇੱਕ ਕ੍ਰਮ ਸ਼ੁਰੂ ਕਰਾਇਆ, ਜਿਹਦੇ ਕਰਕੇ ਹੁਣ ਲੋਕ ਵਜਾ ਰਹੇ ਨੇ। ਜਿਹਨੂੰ ਨਹੀਂ ਵੀ ਵਜਾਉਣੇ ਆਉਂਦੇ ਉਹ ਵਜਾ ਰਹੇ ਨੇ, ਜਿਹਨੂੰ ਬਣਾਉਣੇ ਵੀ ਨਹੀਂ ਆਉਂਦੇ ਉਹ ਬਣਾ ਰਹੇ ਨੇ। ਉਹ ਮੇਰੇ ਥੋੜੇ ਬਹੁਤੇ ਕੰਮ ਕਰਕੇ ਕਿੰਨੇ ਕੈਰੀਅਰ ਬਣ ਗਏ, ਕਿੰਨੇ ਲੋਕ ਕਰੋੜਾਂ ਅਰਬਾਂਪਤੀ ਬਣ ਗਏ, ਉਹ ਠੀਕ ਹੈ, ਪਰ ਸਾਡਾ ਉਹਦੇ ਨਾਲ ਮੇਰਾ ਸੰਬੰਧ ਹੀ ਹੈ ਨਹੀਂ। ਫੋਕਸ ਹੈ ਕਿ ਜਿਹੜੀ ਗੁਰੂ ਘਰ ਦੇ ਜਿਹੜੇ ਓਰੀਜਨਲ ਜਿਹੜੀਆਂ ਸੁਗਾਤਾਂ ਗੁਰੂ ਖਾਲਸੇ ਦੀ ਯਾਦਾਂ 'ਚੋਂ ਸਾਨੂੰ ਮਿਲੀਆਂ ਨੇ, ਉਹਨਾਂ ਨੂੰ ਅਸੀਂ ਪੁਨਰ ਸੁਰਜੀਤ ਕਰਕੇ ਮੁੜ ਬਹਾਲ ਕਿਵੇਂ ਕਰ ਸਕਦੇ ਹਾਂ। ਮੇਰੀ ਗੁਜ਼ਾਰਿਸ਼ ਆਖਰੀ, ਆਮ ਤੌਰ ਤੇ ਨੌਜਵਾਨਾਂ ਲਈ ਤੁਸੀਂ ਸਾਰੇ ਪੁੱਛਦੇ ਹੋ ਜੀ ਨੌਜਵਾਨਾਂ ਨੂੰ ਕੀ ਕਹਿੰਦੇ ਹੋ, ਮੇਰੀ ਗੁਜ਼ਾਰਿਸ਼ ਹੈ ਰਾਗੀਆਂ ਨੂੰ ਉਹ ਤੋੜ ਮਰੋੜ ਕੇ ਨਾ, ਕਈਆਂ ਨੇ ਜਿਵੇਂ ਰਾਗ ਨਿਰਧਾਰਿਤ ਗਾਓ। ਮੈਂ ਅੱਗੇ ਵੀ ਕਹਿੰਦਾ ਸੀ, ਬਚਪਨੀ ਅਵਸਥਾ ਤੋਂ ਕਹਿਣਾ ਆ ਰਿਹਾ ਕਿ ਤੁਸੀਂ ਆਪਣੀ ਯਾਦਦਾਸ਼ਤ ਦਾ ਦਸਵੰਧ ਕੱਢੋ। ਜੇ ਤੁਹਾਨੂੰ 200 ਸ਼ਬਦ ਯਾਦ ਹੈ ਨਾ, ਉਹਦੇ ਚੋਂ 20 ਰੀਤਾਂ ਉਹ ਸਿੱਖੋ ਜਿਹੜੀਆਂ ਦਰਬਾਰ ਸਾਹਿਬ ਦੀ ਸੰਪਰਦਾਈ ਰੀਤਾਂ ਨੇ। ਇਹ ਨਹੀਂ ਸੌਖੀਆਂ ਕਿ ਤਿੰਨ ਤਾਲ ਗਾ ਲਿਆ ਕੁਛ, ਨਾ ਨਾ, ਅਸਲ ਸਮੱਗਰੀ ਜਿਹੜੀ ਹਰ ਰਬਾਬੀ ਕੋਲ ਵੀ ਨਹੀਂ ਸੀ, ਉਹ ਭਾਈ ਮੋਤੀ ਕੋਲ ਸੀ, ਹਰ ਸਿੱਖ ਕੀਰਤਨੀਏ ਕੋਲ ਵੀ ਨਾ ਸੀ। ਇਹ ਦਸਵੰਧ ਆਪਣੇ ਯਾਦਦਾਸ਼ਤ ਦਾ ਕੱਢੋ, ਦਸਵੰਧ ਆਪਣੇ ਸਮੇਂ ਦਾ ਕੱਢੋ ਕਿ ਤੁਹਾਨੂੰ ਜੋ ਗਾਉਂਦੇ ਹੋ ਤੁਹਾਨੂੰ ਯਾਦ ਹੈ। ਦਿਨ 'ਚ ਤੁਸੀਂ ਜੋ 2 ਘੰਟੇ 2.5 ਘੰਟੇ ਕੱਢ ਸਕਦੇ, ਉਹਦੇ 'ਚੋਂ ਘੰਟਾ ਕੁ ਤੁਸੀਂ ਪੁਰਾਣੀਆਂ ਰੀਤਾਂ ਨੇ, ਭਾਈ ਅਵਤਾਰ ਸਿੰਘ ਗੁਰਚਰਨ ਸਿੰਘ ਉਹਨਾਂ ਦੀਆਂ ਰੀਤਾਂ ਲਿਖੀਆਂ ਹੋਈਆਂ ਨੇ, ਭਾਈ ਗਿਆਨ ਸਿੰਘ ਐਪਟਾਬਾਦ ਉਹਨਾਂ ਨੇ 2 ਪੁਸਤਕਾਂ ਲਿਖੀਆਂ 1961 ਦੇ ਵਿੱਚ। ਇਹ 4 ਪੁਸਤਕਾਂ ਨੇ ਜਿਹਦੇ ਵਿੱਚ ਤੁਹਾਨੂੰ ਸੰਪਰਦਾਇਕ ਗਿਆਨ ਦੇ ਸੰਕੇਤ ਮਿਲ ਜਾਣਗੇ। ਉਹਨਾਂ 'ਚੋਂ ਕੱਢ ਕੇ ਕੋਈ ਚੀਜ਼, ਥੋੜੀ ਮਿਹਨਤ ਕਰੋ। ਗੁਰੂ ਘਰ ਦੇ ਸਾਜ਼, ਜਿਵੇਂ ਮੈਂ ਅੱਗੇ ਅਰਜ਼ ਕੀਤਾ, ਰੀਕੈਪ ਕਰਦੇ ਹਾਂ, ਅਸੀਂ ਇਹ ਸਾਜ਼ ਰਬਾਬ, ਸਰੰਦਾ ਤੇ ਤਾਊਸ, ਕੀਰਤਨ ਦੇ ਵਿੱਚ ਸਾਡਾ ਰਿਸ਼ਤਾ ਰਬਾਬ, ਸਰੰਦੇ, ਤਾਊਸ, ਜੋੜੀ ਤੇ ਮਰਦੰਗ ਨਾਲ ਹੈ। ਇਸ ਕਰਕੇ ਕਿ ਗੁਰੂ ਸਾਹਿਬਾਂ ਨੇ ਇਹ ਸਾਜ਼ ਆਪ ਵਜਾਵੇ ਵੀ ਤੇ ਇਹ ਸਾਜ਼ ਮਹਾਰਾਜ ਦੀ ਹਜ਼ੂਰੀ ਵਿੱਚ ਵੱਜੇ। ਅਸੀਂ ਇਹਨਾਂ ਨਾਲ ਜਰਾ ਇਸ਼ਕ ਕਰਨਾ ਇਸ ਕਰਕੇ ਸਿੱਖੀਏ। ਠੀਕ ਹੈ, ਵਾਜਾ ਰਾਗਾਂ ਦਾ ਕਬਰਸਤਾਨ ਹੈ, ਉਹ ਠੀਕ ਹੈ, ਕੋਈ ਗਾ ਲਓ ਜੀ, ਸੱਦ ਕੇ ਗਾਓ, ਲੇਕਿਨ ਅਸੀਂ ਜ਼ਿੰਮੇਵਾਰ ਗੁਰਸਿੱਖ ਨਾਗਰਿਕ ਬਣੀਏ, ਜ਼ਿੰਮੇਵਾਰ ਕੀਰਤਨੀਏ ਬਣੀਏ, ਜ਼ਿੰਮੇਵਾਰ ਗ੍ਰੰਥੀ ਬਣੀਏ। ਜਿਹੜੇ ਮਨ 'ਚ ਦਵੈਸ਼ ਹੈ, ਜਿਹਦੇ ਮਨ 'ਚ ਕੁੜੱਤਣ ਹੈ, ਜਿਹੜਾ ਇੱਕ ਦੂਜੇ ਨੂੰ ਘੱਟ ਸਮਝਦਾ, ਉਹ ਤਾਂ ਹੱਲੇ ਵਾਪਸ ਕਲਾਸ 'ਚ ਜਾਣ ਦੇ ਲਾਇਕ ਹੈ। ਜੇ ਕੋਈ ਰਾਗੀ ਦੁਤਕਾਰਦਾ ਕਿਸੇ ਗ੍ਰੰਥੀ ਨੂੰ, ਜਾਂ ਕੋਈ ਗ੍ਰੰਥੀ ਜਾਂ ਹੈਡ ਗ੍ਰੰਥੀ ਕੋਈ ਲਤਾੜਦਾ ਕਿਸੇ ਨੂੰ, ਦੋਹੇ ਮਾੜੇ ਨੇ, ਉਹਨਾਂ ਦੀ ਸਜ਼ਾ ਲਾ ਦਿਓ ਕਿ ਭਾਈ ਬਲਦੀਪ ਸਿੰਘ ਨਾਲ ਹਫ਼ਤਾ ਖਲਾ ਆਣ। ਮੈਂ ਕੋਲੇ ਨੂੰ ਹੀਰੇ ਮੇਰੇ ਕੋਲ ਹੈਗੀ ਬਾਬੇ ਦੀ, ਉਹ ਸਜ਼ਾ ਤਨਖਾਹ ਇੱਦਾਂ ਹੀ ਲਾ ਦਿਆ ਕਰੋ। ਦਿੱਲੀ ਬਦਲੀ ਕਰਤੀ ਕਿ ਮਹੀਨਾ ਕੁ ਵਰਨਾ ਭਾਈ ਬਲਦੀਪ ਸਿੰਘ ਕੋਲ ਜਾ ਕੇ ਬੰਟੇ ਖੇਡ ਕੇ ਆਓ, ਉਹਦੇ ਨਾਲ ਉਹ ਤੁਹਾਨੂੰ ਬੰਟੇ ਖੇਲਣੇ ਸਿਖਾਏਗਾ, ਚੱਜ ਸਿਖਾਏਗਾ। ਜਥੇਦਾਰ ਸਾਹਿਬ ਨੂੰ ਮੇਰੀ, ਕਿਉਂਕਿ ਅਹੁਦਾ ਵੱਡਾ ਹੁੰਦਾ, ਮੈਂ ਤਾਂ ਰੰਕ ਹਾਂ ਕਿ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ, ਮੈਂ ਐਡਵਾਈਸ ਵੀ ਕਰਦਾ, ਸੁਝਾਅ ਵੀ ਦਿੰਦਾ। ਇਹ ਵਿਸ਼ੇ ਦੇ ਉੱਤੇ ਜੋ ਐਡਿਕਟ ਦਿੱਤਾ, ਹੁਕਮਨਾਮਾ ਜਾਰੀ ਹੋਇਆ, ਮੁਬਾਰਕ ਹੈ, ਦੇਰ ਆਏ ਦੁਰਸਤ ਆਏ ਵਾਲੀ ਗੱਲ ਹੈ, ਪਰ ਉਹ ਕੰਮ ਕਰਨ ਦੀ ਵਿਧੀ ਬਣਾਉਣੀ ਪੈਣੀ ਹੈ। ਇਹ ਵਿਧੀਬੱਧ ਕੰਮ ਹੋਏਗਾ ਜਦ ਤਾਈਂ ਅਸੀਂ
ਤਰਤੀਬ ਸਾਡੀ ਠੀਕ ਨਹੀਂ। ਪਹਿਲਾਂ ਅਸੀਂ ਤਿੰਨ ਤੱਤੇ, ਮੇਰੇ ਬਜ਼ੁਰਗ ਕਹਿੰਦੇ ਹੁੰਦੇ ਤਿੰਨ ਤੱਤੇ ਕੌਮ ਦੇ ਖਾਸ ਹੁੰਦੇ ਕਿ ਪਹਿਲਾ ਤੱਤਾ ਤਹਿਜ਼ੀਬ ਹੈ। ਅਸੀਂ ਕਿਸੇ ਤਹਿਜ਼ੀਬ 'ਚ ਬਣਾਈ ਨਹੀਂ, ਬਿਲ ਬੈਠੇ ਹੀ ਨਹੀਂ ਹੱਲੇ। ਜੇ ਤਹਿਜ਼ੀਬ ਹੋਏਗੀ, ਦੂਜਾ ਤੱਤਾ ਤਰਤੀਬ ਹੋਏਗੀ, ਫਿਰ ਤਰਕੀਬ ਬਣੇਗੀ। ਉਹ ਤਰਕੀਬ ਸਿਆਣੇ ਦੱਸ ਸਕਦੇ ਨੇ ਕਿ 3 ਸਾਲਾਂ 'ਚ ਹੋਊ, 6 ਮਹੀਨਿਆਂ 'ਚ ਹੋਊ, 2 ਸਾਲਾਂ 'ਚ ਹੋਊ ਜਾਂ 5 ਸਾਲ ਲੱਗਣਗੇ। ਉਹ ਕੋਈ ਸਿਸਟਮ ਹੈ ਜਿਹਨੂੰ ਆਪ ਹੀ ਨਹੀਂ ਪਤਾ, ਉਹ ਕਿਵੇਂ ਕਹਿ ਦੇਗਾ ਕਿ ਇੰਨੇ ਸਮੇਂ 'ਚ ਕਰ ਦਿਓ। ਸੋ ਮੇਰੇ ਸੁਝਾਅ ਹੀ ਨੇ ਕਿ ਇਹ ਸਾਰਿਆਂ ਨੂੰ ਕਮਰ ਕੱਸਣ ਦੀ ਲੋੜ ਹੈ। ਸਾਰੇ ਕਸੂਰਵਾਰ ਨੇ। ਗੁਰੂ ਘਰ ਦੀ ਵਿੱਦਿਆ ਦਾ ਖਾਤਮਾ SGPC ਦੇ ਦਹਾਕੇ ਪਰ ਦਹਾਕੇ ਜਿਹੜੇ ਅਹੁਦੇਦਾਰ ਰਹੇ ਨੇ, ਉਹਨਾਂ ਦੀ ਨਾਕਾਬਲੀਅਤ ਦਾ ਸਦਕਾ ਹੈ ਕਿ ਕੌਮ ਅੱਜ ਕੰਗਾਲ ਹੈ ਵਿਦਿਅਕ ਤੌਰ ਤੇ। 1947 ਤੋਂ ਬਾਅਦ 75 ਸਾਲ ਹਿੰਦੁਸਤਾਨ ਨੂੰ ਹੋ ਗਏ ਨੇ। ਗੁਰਬਾਣੀ ਸੰਗੀਤ ਦੀ ਪਰੰਪਰਾ ਹਿੰਦੁਸਤਾਨ 'ਚ ਇੱਕ ਰੈਕਗਨਾਈਜ਼ਡ, ਜਿਵੇਂ ਕਰਨਾਟਕ ਸੰਗੀਤ ਜਾਂ ਹਿੰਦੁਸਤਾਨੀ ਸੰਗੀਤ ਹੈ, ਗੁਰਬਾਣੀ ਸੰਗੀਤ ਜਾਂ ਰਵਿੰਦਰ ਸੰਗੀਤ ਹੈ, ਇੱਕ ਰੈਕਗਨਾਈਜ਼ਡ ਕਲਾਸੀਕਲ ਸਿਸਟਮ ਹੀ ਬਣਿਆ ਨਹੀਂ ਹਲੇ। ਕਿਸੇ ਨੇ ਕੌਮੀ ਵਿਦਵਾਨਾਂ ਦੀ ਜਿਹਨੂੰ ਦੱਸ ਹੀ ਨਹੀਂ ਪਾਈ ਸਰਕਾਰਾਂ ਨੂੰ। ਦੱਸਦੇ ਨੇ 1950 'ਚ ਜਦੋਂ ਵੱਡੇ ਤੋਂ ਵੱਡੇ ਖਾਨ ਸਾਹਿਬ ਤੇ ਪੰਡਿਤ ਜੀਆਂ ਨੂੰ ਪਦਮ ਭੂਸ਼ਣ, ਪਦਮ ਵਿਭੂਸ਼ਣ, ਪਦਮ ਸ਼੍ਰੀ ਦਿੱਤੇ ਜਾ ਰਹੇ ਸੀ, ਸੰਗੀਤ ਨਾਟਕ ਅਕੈਡਮੀ ਅਵਾਰਡ ਦਿੱਤੇ ਜਾ ਰਹੇ ਸੀ, ਉੱਥੇ ਕਿੰਨੇ ਵੱਡੇ ਤੋਂ ਵੱਡੇ ਵਿਦਵਾਨ, ਭਾਈ ਹਰਨਾਮ ਸਿੰਘ ਠੱਠੇ ਟਿੱਬੇ ਵਾਲੇ, ਭਾਈ ਬਤਨ ਸਿੰਘ ਮੇਲੀ ਵਾਲੇ, ਭਾਈ ਦਲ ਸਿੰਘ ਲਸਾੜੇ ਵਰਗੇ ਕਿੰਨੇ ਵੱਡੇ ਵਿਦਵਾਨ ਜਿਹੜੇ ਨੇ, ਰਬਾਬੀ ਜਿਹੜੇ ਉੱਧਰ ਚਲੇ ਗਏ, ਭਾਈ ਨਸੀਰਾ, ਉਹਨਾਂ ਨੂੰ ਕਦੇ ਹਿੰਦੁਸਤਾਨ ਦੇ ਜਿਹੜੇ ਮੰਦਰਾਂ ਦੇ ਗਾਉਣ ਵਾਲੇ ਨੇ, ਟੈਂਪਲ ਸੰਗੀਤ ਹੈ, ਹਵੇਲੀ ਸੰਗੀਤ ਆਦਿ ਜਿਹੜੇ ਨੇਪਾਲ ਬੈਠੇ, ਇੰਡੋਨੇਸ਼ੀਆ ਕਿੱਥੇ ਬੈਠੇ, ਮਲੇਸ਼ੀਆ, ਉਹ ਸਾਰਿਆਂ ਨੂੰ ਤਾਂ ਆਨਰ ਕੀਤਾ, ਉਹਨਾਂ ਨੂੰ ਤਾਂ ਜਾ ਕੇ ਰਿਕਾਰਡ ਕੀਤਾ, ਸਾਡਾ ਕੁਝ ਵੀ ਨਹੀਂ ਕੀਤਾ। ਸੋ ਐਜ਼ ਏ ਸੰਸਥਾਪਕ ਆਪਣੇ ਸੰਸਥਾਵਾਂ ਦੇ ਤੌਰ ਤੇ ਇੰਸਟੀਟਿਊਸ਼ਨਲ ਤਰੀਕੇ ਨਾਲ ਸਾਡੇ ਜਿਹੜੇ ਸਿੱਖ ਇੰਸਟੀਟਿਊਸ਼ਨਸ ਨੇ ਉਹ ਕਸੂਰਵਾਰ ਨੇ। ਇਹ ਪਹਿਲਾਂ ਇਹ ਕਹਿਣਾ ਪਏਗਾ, ਸਾਨੂੰ ਸਿੱਖਣਾ ਪਏਗਾ ਕਹਿਣਾ ਕਿ ਸਾਡੀ ਅਣਗਹਿਲੀ ਕਰਕੇ ਇਹ ਵਿਦਿਆ ਗਈ ਹੈ। ਹਾਰਮੋਨੀਅਮ, ਇਹ ਜਿੱਦਾਂ ਮਨ ਘੜਨ, ਜੋ ਦੇਖੋ, ਜੇ ਤੁਸੀਂ ਆਪਣੇ ਤੌਰ ਤਰੀਕੇ ਛੱਡ ਜਾਓ ਤੇ ਜਿਹਨੂੰ ਜੋ ਆਉਂਦਾ ਆ ਕੇ ਗਾਣਾ ਲੱਗ ਜੂ। ਇਹੀ ਹੋਇਆ, ਸਰਲ ਹੈ, ਕੋਈ ਗੱਲ ਨਹੀਂ। ਜੇ ਤੁਹਾਡਾ ਕੋਈ ਦਿਸ਼ਾ ਹੀ ਹੈ ਨਹੀਂ ਤੁਹਾਡੀ, ਤੇ ਉਹ ਜਿਹੜੇ ਰਾਗੀ ਕੋਲ, ਕਿਸੇ ਕੋਲ ਹਾਰਮੋਨੀਅਮ ਹੈ, ਜਿਹਦੇ ਕੋਲ ਕੋਈ ਤਬਲਾ ਹੈ, ਉਹ ਆ ਕੇ ਵਜਾ ਰਹੇ ਨੇ, ਤੁਹਾਨੂੰ ਪਤਾ ਹੀ ਨਹੀਂ ਕਿ ਹੀਰਾ ਕੀ ਹੈ ਤੇ ਕੱਚ ਕੀ ਹੈ। ਸੋ ਜਿਵੇਂ ਮੈਂ ਸ਼ੁਰੂਆਤੀ ਦੌਰ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਜਿੰਨਾ ਸੈਂਸਿਟਿਵ ਇਹ ਮੁੱਦਾ ਸੀ, ਤੇ ਇਸ ਮੁੱਦੇ ਤੇ ਜੇਕਰ ਗਹਿਰਾਈ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਤਾਂ ਉਹ ਕੇਵਲ ਜਿਹੜਾ ਭਾਈ ਬਲਦੀਪ ਸਿੰਘ ਹੀ ਗਹਿਰਾਈ ਦੇ ਨਾਲ ਅੱਜ ਸਾਰੇ ਜਿਹੜੇ ਵਿਸ਼ੇ ਨੂੰ ਬਹੁਤ ਸੁਚੱਜੇ ਢੰਗ ਦੇ ਨਾਲ ਜਿੱਥੇ ਦਰਸ਼ਕਾਂ ਦੇ ਰੂਬਰੂ ਕੀਤਾ, ਉੱਥੇ ਨਾਲ ਹੀ ਆਪਣੀ ਜਿਹੜੀ ਕੀਮਤੀ ਸਲਾਹ ਵੀ ਜਿਹੜੀ ਹੈ, ਸੁਝਾਅ ਜਿਹੜੇ ਨੇ ਉਹ ਦਿੱਤੇ ਨੇ। ਭਾਈ ਸਾਹਿਬ, ਆਪ ਜੀ ਦਾ ਬਹੁਤ ਧੰਨਵਾਦ। ਤੇ ਅਗਲੀ ਵਾਰ ਇੱਕ ਨਵੇਂ ਵਿਸ਼ੇ ਦੇ ਨਾਲ ਮੁੜ ਰੂਬਰੂ ਹੋਵਾਂਗੇ। ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।